ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਹੈ। ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਲਈ ਆ ਕੇ ਪ੍ਰੋਗਰਾਮ ਵਿਚਾਰ ਚਰਚਾ। ਜਿਵੇਂ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਵੱਖਰੇ ਵੱਖਰੇ ਵਿਚਾਰਾਂ 'ਤੇ ਚਰਚਾ ਕਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਚਰਚਾ ਕਰਾਂਗੇ ਬਿਹਾਰ ਵਿੱਚ ਨਵੀਂ ਬਣੀ ਸਰਕਾਰ ਦੇ ਇੱਕ ਮਿਨਿਸਟਰ ਨੂੰ ਦੇਣਾ ਪਿਆ ਅਸਤੀਫਾ, ਪੰਜਾਬ ਦੇ ਇੱਕ ਸਾਬਕਾ ਮੰਤਰੀ ਦੀ ਗਈ ਸੁਰੱਖਿਆ ਵਾਪਸ ਅਤੇ ਕਿਸਾਨ ਅੰਦੋਲਨ ਦੇ ਨਾਲ ਮੰਡੀਆਂ ਵਿੱਚ ਝੋਨੇ ਦੀ ਗੱਲ ਵੀ ਹੋਵੇਗੀ ਅਤੇ ਕੁਝ ਹੋਰ ਖਬਰਾਂ 'ਤੇ ਵੀ ਚਰਚਾ ਕਰਾਂਗੇ। ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਅੱਜ ਸ਼ਾਮਿਲ ਨੇ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸ਼ਰਮਾ ਜੀ। ਸਵਾਗਤ ਹੈ ਜੀ ਸ਼ੇਰਗਿੱਲ ਸਾਹਿਬ, ਕੀ ਹਾਲ ਚਾਲ? ਸ਼ੁਕਰੀਆ ਜੀ, ਬਹੁਤ ਵਧੀਆ ਜੀ, ਠੀਕ ਠਾਕ, ਚੜ੍ਹਦੀ ਕਲਾ ਜੀ। ਹੁਣ ਆਪਾਂ ਆ ਗਏ ਹਾਂ ਸਰਦੀਆਂ ਵਾਲੀ ਡਰੈਸ ਦੇ ਵਿੱਚ। ਬਿਲਕੁਲ ਜੀ, ਆਉਣਾ ਪੈਣਾ ਜੀ ਹੌਲੀ ਹੌਲੀ। ਤਾਂ ਜਿਵੇਂ ਜਿਵੇਂ ਬਰਫ਼ ਉੱਥੇ ਪਈ ਜਾਂਦੀ ਆ ਉਹਨੇ ਉੱਦਾਂ ਹੀ ਮੈਦਾਨੀ ਇਲਾਕੇ 'ਚ ਕੰਬਣੀ ਛੇੜਨ ਲੱਗ ਪਈ ਆ ਜੀ। ਸ਼ੇਰਗਿੱਲ ਸਾਹਿਬ, ਅਸੀਂ ਅਕਸਰ ਸਮਾਜ ਵਿੱਚ ਹੋ ਰਹੀਆਂ ਘਟਨਾਵਾਂ ਦੀ ਗੱਲ ਕਰਦੇ ਰਹਿੰਦੇ ਹਾਂ ਵਿਚਾਰ ਚਰਚਾ ਦੇ ਨਾਲ ਅਤੇ ਅੱਜ ਤੁਸੀਂ ਇੱਕ ਪੁਲਿਸ ਦੀ ਗੱਲ ਕਰਨੀ ਸੀ ਕਿ ਭਾਰਤ ਵਿੱਚ ਕਈ ਵਾਰ ਪੁਲਿਸ ਦੀ ਆਪਾਂ ਨਿਖੇਧੀ ਤਾਂ ਬਹੁਤ ਵਾਰ ਕਰਦੇ ਹਾਂ, ਪਰ ਕਈ ਵਾਰ ਬਹੁਤ ਚੰਗੇ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਦਰਸ਼ਕਾਂ ਨੂੰ ਦੱਸਣਾ ਬਣਦਾ ਅਤੇ ਉਹਦੇ ਨਾਲ ਸਾਨੂੰ ਕਈ ਵਾਰੀ ਕੁਝ ਚੰਗੀਆਂ ਗੱਲਾਂ ਦਾ ਵੀ ਪਤਾ ਲੱਗਦਾ ਅਤੇ ਆਪਣੇ ਪ੍ਰਸ਼ਾਸਨ ਦੀ ਕੁਸ਼ਲਤਾ ਦੀ ਵੀ ਸਮਝ ਲੱਗਦੀ ਹੈ। ਜੀ ਬਿਲਕੁਲ ਸ਼ਰਮਾ ਜੀ, ਇਹ ਮੈਂ ਦੋ ਗੱਲਾਂ ਲੈ ਕੇ ਆਇਆ ਜੀ। ਜੀ ਆਮ ਕਰਕੇ ਤਾਂ ਜਿੱਥੇ ਵੀ ਤੁਸੀਂ ਚਾਹੇ ਸਟੇਟ ਦੀ ਆ ਚਾਹੇ ਸੈਂਟਰ ਦੀ ਆ, ਪੁਲਿਸ ਦੀ ਨਿਖੇਧੀ ਜਾਂ ਆਲੋਚਨਾ ਹੀ ਹੁੰਦੀ ਆ ਜੀ, ਪਰ ਦੋ ਇਹੋ ਜਿਹੇ ਪਹਿਲੂ ਸਾਹਮਣੇ ਆਏ ਆ ਵੀ ਤੇ ਇੱਕ ਦੋ ਦਿਨਾਂ ਦੇ ਵਿੱਚ ਜਿਹਦੀ ਚਰਚਾ ਕਰਨੀ ਬਣਦੀ ਆ ਜੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਚਰਚਾ ਹੁੰਦੀ ਵੀ ਰਹੂਗੀ। ਪਹਿਲੀ ਗੱਲ ਮੈਂ ਕਰਨੀ ਚਾਹੂੰਗਾ ਜੀ ਮੁੰਬਈ ਪੁਲਿਸ ਦੀ। ਮੁੰਬਈ ਪੁਲਿਸ ਨੇ ਇੱਕ ਅਗਵਾ ਕਾਂਡ ਬੱਚੇ ਦਾ ਜਿਹੜਾ ਮੁੰਬਈ ਤੋਂ ਸ਼ੁਰੂ ਹੋ ਕੇ ਤੇਲੰਗਾਨਾ ਜਾ ਕੇ ਸੋਲਵ ਕਰ ਲਿਆ ਜੀ। ਤੇਲੰਗਾਨਾ ਦੇ ਵਿੱਚ ਜਾ ਕੇ ਉਹਨਾਂ ਨੇ ਇਸ ਨੂੰ ਸੋਲਵ ਕੀਤਾ, ਬੰਦਾ ਫੜ ਲਿਆ। ਮਸਲਾ ਕੀ ਸੀਗਾ ਬਈ, ਪਿਛਲੇ ਹਫ਼ਤੇ ਮੁੰਬਈ ਦੇ ਇੱਕ ਝੁੱਗੀ ਚੋਪੜੀ ਵਾਲਿਆਂ ਦੇ ਇੱਕ 4 ਮਹੀਨੇ ਦੇ ਬੱਚਾ ਅਗਵਾ ਕਰ ਲਿਆ ਸੀਗਾ ਜੀ। ਔਰ ਵੱਡੀ ਗੱਲ ਇਹ ਸੀਗੀ ਕਿ ਪੁਲਿਸ ਕੋਲ ਉਹਦਾ ਕੋਈ ਸੁਰਾਗ ਨਹੀਂ, ਕੋਈ ਚਸ਼ਮਦੀਦ ਨਹੀਂ, ਕਿਸੇ ਤਰ੍ਹਾਂ ਦਾ ਕੋਈ ਕਲੂ ਨਹੀਂ ਸੀ, ਪਰ ਫਿਰ ਵੀ ਪੁਲਿਸ ਨੇ ਉਸ ਨੂੰ ਕੁਝ ਹੀ ਦਿਨਾਂ ਦੇ ਵਿੱਚ ਸੋਲਵ ਕਰ ਲੈਣਾ, ਇਹ ਆਪਣੇ ਆਪ 'ਚ ਇੱਕ ਵੱਡੀ ਪ੍ਰਾਪਤੀ ਆ। ਔਰ ਇਹਦੇ ਨਾਲ ਇੱਕ ਗੱਲ ਇਹ ਵੀ ਜੁੜਦੀ ਆ ਕਿ ਆਮ ਕਿਹਾ ਜਾਂਦਾ ਜਿਹੜੀ ਪੁਲਿਸ ਆ ਉਹ ਅਮੀਰਾਂ ਦੇ ਕਹੇ ਲੱਗਦੀ ਆ ਜਾਂ ਅਮੀਰਾਂ ਦੇ ਕੇਸ ਹੀ ਸੋਲਵ ਕਰਦੀ ਆ, ਪਰ ਇਸ ਮਾਮਲੇ ਦੇ ਵਿੱਚ ਬੇਹੱਦ ਗਰੀਬ ਪਰਿਵਾਰ ਸੀਗਾ ਜਿਹਦਾ ਕਿ 4 ਮਹੀਨੇ ਦਾ ਬੱਚਾ ਅਗਵਾ ਹੋ ਗਿਆ ਸੀ। ਕੀਤਾ ਕਿਵੇਂ, ਇਹ ਮੈਂ ਥੋੜ੍ਹੀ ਜਿਹੀ ਦੱਸਣਾ ਚਾਹੂੰਗਾ। ਬਈ ਉਹਨਾਂ ਨੇ ਸ਼ੁਰੂਆਤ ਤਾਂ ਕੀਤੀ ਆ ਬਈ CCTV ਦੇਖਦੇ ਆ, ਅਤੇ ਇਸ ਮਾਮਲੇ ਦੇ ਵਿੱਚ ਕਿੰਨੇ CCTV ਦੇਖੇ ਹੋਣਗੇ ਤੁਸੀਂ ਅੰਦਾਜ਼ਾ ਲਾ ਸਕਦੇ ਜੀ? ਨਹੀਂ ਜੀ, ਪਰ ਮੈਂ ਇੱਕ ਗੱਲ ਜਾਣਦਾ ਕਿ ਜੇ ਚਾਹਣ ਇਹ ਪੰਜਾਬ ਪੁਲਿਸ ਜਾਂ ਸਾਡੀ ਦੇਸ਼ ਦੀ ਪੁਲਿਸ, ਕੋਈ ਵੀ ਪੁਲਿਸ, ਇਹਨਾਂ ਦਾ ਜਿਹੜਾ ਸੁਰੱਖਿਆ ਤੰਤਰ ਹੈ ਬਹੁਤ ਮਜ਼ਬੂਤ ਹੈ। ਜੇ ਇਹ ਚਾਹਣ ਤਾਂ ਬਹੁਤ ਸਾਰੇ ਕੰਮ ਜਿਹੜੇ ਸੌਖੇ ਤਰੀਕੇ ਨਾਲ ਹੱਲ ਕਰ ਲੈਂਦੇ ਆ। ਬਿਲਕੁਲ ਜੀ ਬਿਲਕੁਲ। ਇਹਨਾਂ ਨੇ ਇੱਕ ਨਹੀਂ ਦੋ ਨਹੀਂ, ਘੱਟੋ ਘੱਟ 250 CCTV ਖੰਗਾਲੇ ਆ। ਅੱਛਾ ਜੀ। ਉੱਥੇ ਜਦੋਂ ਸ਼ੁਰੂਆਤ ਵਿੱਚ ਨੇੜੇ CCTV ਦੇ ਵਿੱਚ ਉਹਨਾਂ ਨੂੰ ਇੱਕ ਆਟੋ ਦਿਸੀ ਸੀ ਨਾ, ਉਸ ਆਟੋ ਦੇ ਉੱਤੇ ਇਹਨਾਂ ਨੇ ਆਪਣਾ ਫੋਕਸ ਕਰ ਦਿੱਤਾ ਬਈ ਬੱਚਾ ਇਹਦੇ ਵਿੱਚ ਹੀ ਗਿਆ ਜੀ। ਅਤੇ ਜਦੋਂ ਉਹਨਾਂ ਨੇ ਇਹਨੂੰ ਖੰਗਾਲਿਆ, ਆਟੋ ਵਾਲਿਆਂ ਦੇ ਨਿਗਾਹ ਰੱਖੀ, ਉਹਦਾ ਨੰਬਰ ਵਗੈਰਾ ਲੱਭਿਆ, ਤਾਂ ਫਿਰ ਇਹਨਾਂ ਨੂੰ ਪਤਾ ਲੱਗਿਆ ਬਈ ਇਹ ਰੋਡ ਰਸਤੇ ਤੇਲੰਗਾਨਾ ਦੇ ਹੈਦਰਾਬਾਦ ਗਿਆ ਜੀ। ਇੱਥੋਂ ਤੱਕ ਪਹੁੰਚਣ ਤੋਂ ਬਾਅਦ ਫਿਰ ਉਹਨਾਂ ਨੇ ਜਾ ਪਹੁੰਚੇ ਜੀ ਤੇਲੰਗਾਨਾ। ਤੇਲੰਗਾਨਾ ਦੇ ਵਿੱਚ ਜਿਹੜਾ ਮੁੱਖ ਉਦੇਸ਼ੀ ਕੌਣ ਨਿਕਲਿਆ, ਦੇਖੋ ਜਿਹਨੂੰ ਆਪਾਂ ਰੱਬ ਸਮਝਦੇ ਹਾਂ, ਇੱਕ ਡਾਕਟਰ ਜੀ। ਉਸ ਡਾਕਟਰ ਨੇ ਸੁਪਾਰੀ ਜਾਂ ਪੈਸੇ ਦੇ ਕੇ ਇਹ ਕੰਮ ਕਰਵਾਇਆ ਸੀਗਾ, ਅਤੇ ਗਾਹਾਂ ਉਹਨੇ ਉਹ ਬੱਚਾ ਲਿਜਾ ਕੇ 4 ਮਹੀਨੇ ਦਾ ਕਿਸੇ ਬੇਔਲਾਦ ਜੋੜੇ ਨੂੰ 4.5 ਲੱਖ ਰੁਪਏ 'ਚ ਵੇਚ ਦਿੱਤਾ। ਹੁਣ ਡਾਕਟਰ ਸੀਗਾ, ਉਹ ਜੋੜੇ ਦਾ ਵੀ ਉਹਦੇ 'ਤੇ ਵਿਸ਼ਵਾਸ ਸੀਗਾ, ਉਹਨਾਂ ਦੇ ਨਾਲ ਕੋਈ ਕਾਗਜ਼ੀ ਕਾਰਵਾਈ ਵੀ ਕੀਤੀ ਹੋਊਗੀ। ਉਹਨੇ ਇਹ ਦੱਸਿਆ ਬਈ ਇਹ ਅਡਾਪਸ਼ਨ ਦੀ ਪ੍ਰਕਿਰਿਆ ਪੂਰੀ ਕਰਕੇ ਮੈਂ ਦੇ ਰਿਹਾ ਤੁਹਾਨੂੰ। ਖੈਰ ਉਹ ਜਿਹੜੇ ਜੋੜੇ ਦਾ ਤਾਂ ਕੋਈ ਕਸੂਰ ਨਹੀਂ ਹੈਗਾ, ਇਸ ਬਾਰੇ ਪੁਲਿਸ ਨੂੰ ਬਾਅਦ 'ਚ ਪੁੱਛਿਆ ਗਿਆ ਵੀ ਉਹਦੇ 'ਤੇ ਵੀ ਕਾਰਵਾਈ ਹੋਊਗੀ। ਉਹ ਕਹਿੰਦੇ ਨੇ ਉਸ ਜੋੜੇ ਨੂੰ ਪਤਾ ਨਹੀਂ ਸੀ ਵੀ ਇਸ ਡਾਕਟਰ ਨੇ ਕਿਵੇਂ ਅਤੇ ਕਿੱਥੋਂ ਲਿਆ ਕੇ ਦਿੱਤਾ ਬੱਚਾ। ਸੋ 4.5 ਲੱਖ ਰੁਪਈਆ ਲਿਆ, ਜਿਹਦੇ ਵਿੱਚ ਉਹਨੇ 2-2.5 ਲੱਖ ਤਾਂ ਉਹਨਾਂ ਬੰਦਿਆਂ ਨੂੰ ਦਿੱਤਾ ਜਿਨ੍ਹਾਂ ਨੇ ਅਗਵਾ ਕਰਕੇ ਲਗਾਏ ਸੀਗੇ, ਬਾਕੀ 1.5-2 ਲੱਖ ਜਿਹੜਾ ਬਚਦਾ ਉਹ ਆਪ ਰੱਖ ਲਿਆ। ਸੋ ਕਹਿਣ ਤੋਂ ਭਾਵ ਹੈ ਕਿ ਪੁਲਿਸ ਨੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਉੱਥੇ ਪਹੁੰਚ ਕੇ ਡਾਕਟਰ ਨੂੰ ਵੀ ਗ੍ਰਿਫਤਾਰ ਕਰ ਲਿਆ। ਉਹਦੇ ਜਿਹੜੇ ਆਟੋ ਜਿਹ 'ਚ ਲੈ ਕੇ ਗਿਆ ਸੀ, ਜਿਸ ਟੈਕਸੀ ਰਾਹੀਂ ਬਾਈ ਰੋਡ ਐਡੀ ਦੂਰ ਸਫ਼ਰ ਕਰਕੇ ਗਏ ਸੀਗੇ, ਉਹਦਾ ਵੀ ਪਤਾ ਲਾ ਲਿਆ। ਸਾਰਾ ਕੁਝ ਕਰਕੇ ਜੀ ਉਹਨਾਂ ਨੇ ਕੁਝ ਦਿਨਾਂ ਦੇ ਵਿੱਚ ਉਹ ਬੱਚਾ ਲਿਆ ਕੇ ਜੀ ਪਰਿਵਾਰ ਦੇ ਹਵਾਲੇ ਕਰ ਦਿੱਤਾ। ਸੋ ਇਹ ਬੱਚੇ ਦੀ ਗੱਲ ਚੱਲੀ ਆ। ਤਾਂ ਮੈਂ ਇੱਕ ਗੱਲ ਹੋਰ ਨਾਲ ਜੋੜ ਦੇਵਾਂ ਕਿ ਆਪਣੇ ਕਈ ਸੂਬਿਆਂ ਵਿੱਚ ਪੰਜਾਬ ਸਮੇਤ ਬੱਚੇ ਅਗਵਾ ਦੀਆਂ ਘਟਨਾਵਾਂ ਬਹੁਤ ਹੋ ਰਹੀਆਂ। ਬਿਲਕੁਲ ਜੀ। ਇੱਕ ਸਾਲ ਦੇ ਵਿੱਚ ਹੀ ਜੇ ਦੇਖੀਏ ਤਾਂ 2018-19 'ਚ 5400 ਤੋਂ ਵੱਧ ਬੱਚੇ ਅਗਵਾ ਹੋਏ ਆ ਜੀ। ਅਤੇ ਇਹਨਾਂ ਦਾ ਜਿਹੜਾ ਲਾਪਤਾ ਹੋਣ ਦੀ ਦਰ ਆ ਉਹ ਹਰ ਆਉਂਦੇ ਸਾਲ ਦੇ ਵਿੱਚ ਵੱਧਦੀ ਜਾਂਦੀ ਆ।
ਜੀ ਇਹਨਾਂ ਬੱਚਿਆਂ ਦਾ ਇੱਕ ਰੈਕਟ ਫੈਲਿਆ ਹੁੰਦਾ ਆ, ਬੱਚੇ ਅਗਵਾ ਕਰਨ ਦਾ, ਉਹਨਾਂ ਤੋਂ ਭੀਖ ਮੰਗਾਉਂਦੇ ਆ, ਉਹਨਾਂ ਤੋਂ ਕਈ ਤਰ੍ਹਾਂ ਦੇ ਕੰਮ ਕਰਾਉਂਦੇ ਗੈਰ ਕਾਨੂੰਨੀ। ਜੀ ਹਿਊਮਨ ਟ੍ਰੈਫਿਕਿੰਗ ਜਾਂ ਉਹਨਾਂ ਦੇ ਜਿਹੜੇ ਅੰਗ ਵੀ ਜਿਹੜੇ ਵੇਚੇ ਜਾਂਦੇ ਆ ਜਾਂ ਬਹੁਤ ਸਾਰੇ ਹੋਰ ਵੀ ਕੰਮਾਂ 'ਚ ਆਪਾਂ ਬਹੁਤ ਵੱਡੀ ਪੱਧਰ ਤੇ ਇਹ ਫੈਲਿਆ ਕੰਮ, ਇਹ ਜਾਲ। ਇਹਨੂੰ ਲੈ ਕੇ ਹੀ ਦਿੱਲੀ ਦੇ ਵਿੱਚ ਬਹੁਤ ਬੱਚਿਆਂ ਦੇ ਅਗਵਾ ਹੋਣ ਦੀ ਘਟਨਾ ਸਾਹਮਣੇ ਆ ਰਹੀ ਸੀਗੀ ਜੀ, ਜਿਹਦੇ ਕਰਕੇ ਦਿੱਲੀ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੋ ਗਈ ਸੀ। ਉਹਨਾਂ ਨੇ ਕੀ ਕੀਤਾ, ਦਿੱਲੀ ਪੁਲਿਸ ਕਮਿਸ਼ਨਰ ਨੇ ਆਪਣੇ ਸਾਰੇ ਹੀ ਅਮਲੇ ਫੈਲੇ ਨੂੰ ਇਹ ਟਾਸਕ ਦਿੱਤਾ ਇੱਕ, ਜੀ ਬਈ ਤੁਸੀਂ ਜੇ 3 ਮਹੀਨਿਆਂ ਦੇ ਵਿੱਚ ਇੰਨੇ ਬੱਚੇ ਲੱਭ ਕੇ ਲਿਆਓ, ਲਾਪਤਾ ਬੱਚੇ ਉਹਨਾਂ ਦੇ ਮਾਪਿਆਂ ਨੂੰ ਮਿਲਾਓ ਤਾਂ ਤੁਹਾਨੂੰ ਇਨਾਮ ਦਊਗਾ, ਜੇ ਇਹ ਤੋਂ ਵੱਧ ਮਿਲਾਓਗੇ ਤਾਂ ਤੁਹਾਨੂੰ ਪ੍ਰਮੋਸ਼ਨ ਵੀ ਦਿੱਤੀ ਜਾਊਗੀ ਜੀ। ਔਰ ਇਹਦੇ 'ਚੋਂ ਮੈਂ ਇਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਦੱਸਾਂ ਕਿ ਦਿੱਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਵੀ ਇੱਕ ਔਰਤ ਹੈੱਡ ਕਾਂਸਟੇਬਲ ਨੂੰ ਆਊਟ ਆਫ ਟਰਨ ਪ੍ਰਮੋਸ਼ਨ ਦੇ ਕੇ ਉਹਨੂੰ ਸਿੱਧਾ ASI ਬਣਾਤਾ। ਕੀ ਬਾਤ ਹੈ ਜੀ। ਔਰ ਇਹ ਬਹੁਤ ਵੱਡੀ ਗੱਲ ਆ। ਉਸ ਔਰਤ ਦਾ ਨਾਂ ਹੈ ਸੀਮਾ ਢਾਕਾ। ਉਹਦਾ ਆਪ ਦਾ ਬੇਟਾ ਵੀ 8 ਸਾਲ ਦਾ ਆ ਤੇ ਉਹਦੇ ਹਸਬੈਂਡ ਵੀ ਜਿਹੜੇ ਪੁਲਿਸ ਦੇ ਵਿੱਚ ਹੀ ਆ ਜੀ। ਉਸ ਔਰਤ ਨੇ ਘੱਟੋ ਘੱਟ 76 ਬੱਚਿਆਂ ਨੂੰ ਲੱਭਿਆ। ਅੱਛਾ ਜੀ। 76 ਲਾਪਤਾ ਬੱਚਿਆਂ ਨੂੰ, ਜਿਹਦੇ ਵਿੱਚ 56 ਤੇ ਇਹੋ ਜਿਹੇ ਆ ਜਿਹੜੇ 14 ਸਾਲ ਤੋਂ ਵੀ ਘੱਟ ਆ। ਤਾਂ ਬਹੁਤ ਮਾਰਕੇ ਵਾਲੀ ਗੱਲ ਹੈ ਜੀ, ਬਹੁਤ ਵੱਡੀ ਗੱਲ ਆ ਉਹਨਾਂ ਦੀ। ਔਰ ਉਹਨੂੰ ਜਦੋਂ ਪੁੱਛਿਆ ਗਿਆ ਨਾ ਵੀ ਤੁਸੀਂ ਇਹਦੇ ਲਈ ਕਿੰਨੀ ਕੁ ਮਸ਼ੱਕਤ ਕਰਨੀ ਪਈ, ਉਹ ਕਹਿੰਦੀ ਆ ਵੀ ਮੈਨੂੰ ਘੱਟੋ ਘੱਟ ਤਾਂ ਦਿੱਲੀ ਤਾਂ ਘੁੰਮਣਾ ਹੀ ਪਿਆ, ਦਿੱਲੀ ਦੇ ਨਾਲ ਪੂਰੇ NCR, ਨੋਇਡਾ, ਗੁੜਗਾਉਂ, ਜਿੰਨੇ ਵੀ ਨਾਲ ਲੱਗਦੇ ਇਲਾਕੇ ਉੱਥੇ ਘੁੰਮਣਾ ਪਿਆ, ਫਿਰ ਪੂਰਬੀ UP, ਫਿਰ ਉਹਨਾਂ ਨੇ ਜ਼ਿਕਰ ਕੀਤਾ ਪੰਜਾਬ ਵੀ ਉਹ ਆ ਕੇ ਗਈ ਆ ਹੁਸ਼ਿਆਰਪੁਰ। ਅੱਛਾ ਜੀ। ਇੱਥੇ ਵੀ ਉਹਨੇ ਛਾਪਾ ਮਾਰਿਆ ਤੇ ਇੱਥੇ ਵੀ ਕਾਰਵਾਈ ਕੀਤੀ ਆ, ਜਿੱਥੋਂ ਉਹਨੇ ਇਹ ਸਾਰੀ ਕਾਰਵਾਈ ਕਰਕੇ 76 ਬੱਚੇ ਜਿਹੜੇ ਆ ਉਹ ਉਹਨਾਂ ਦੇ ਮਾਪਿਆਂ ਨੂੰ ਮਿਲਾਏ ਆ। ਇਹ ਬਹੁਤ ਵੱਡੀ ਗੱਲ ਆ ਜੀ। ਔਰ ਉਹਦਾ ਜਿਹੜਾ ਦਰਦ ਸੀ ਨਾ ਉਹ ਆਪਣੇ ਆਪ ਬਿਆਨ ਕਰਦੀ ਸੀਗੀ ਕਿ ਕਿਉਂਕਿ ਮੈਂ ਮਾਂ ਆ, ਇੱਕ 8 ਸਾਲ ਦਾ ਮੇਰਾ ਬੱਚਾ ਆ ਤੇ ਜਿਹਦੇ ਬੱਚੇ ਲਾਪਤਾ ਹੋਏ ਹੋਣਗੇ ਉਹਨਾਂ ਦਾ ਦਰਦ ਮੈਂ ਚੰਗੀ ਤਰ੍ਹਾਂ ਮਹਿਸੂਸ ਕਰਦੀ ਆ। ਮੈਂ ਇਹ ਟਾਸਕ ਕਹਿੰਦੀ ਆਪਣੇ ਇੱਕ ਮਾਣ ਵਜੋਂ ਲਿਆ ਸੀਗਾ ਵੀ ਮੈਂ ਇਹ ਕਰਕੇ ਦਿਖਾਉਣਾ ਪਏ ਇਹਨਾਂ ਬੱਚਿਆਂ ਨੂੰ, ਲਾਪਤਾ ਹੋਏ ਜਿਹੜੇ ਬੱਚਿਆਂ ਨੂੰ ਲੱਭ ਕੇ ਲਿਆਉਣਾ, ਜੋ ਮਰਜ਼ੀ ਹੋ ਜਾਏ ਜੀ। ਬਹੁਤ ਥੋੜ੍ਹੇ ਸਮੇਂ ਵਿੱਚ ਉਹਨੇ ਇਹ ਕਾਰਵਾਈ ਕੀਤੀ ਆ। ਬੰਗਾਲ ਤੱਕ ਵੀ ਗਿਆ ਔਰ ਇਸ ਦੇ ਬਾਵਜੂਦ ਵੀ ਹਜੇ ਵੀ ਬਹੁਤ ਹੋਰ ਬੱਚੇ ਵੀ ਲਾਪਤਾ ਅਜੇ ਹੈਗੇ ਆ ਜਿਨ੍ਹਾਂ ਦੇ ਕੇਸ ਪੁਲਿਸ ਦੇ ਕੋਲ ਸ਼ਿਕਾਇਤਾਂ ਦਰਜ ਹੋਈਆਂ ਪਈਆਂ ਆ। ਤੇ ਉਹ ਜਿਹੜੀ ਪੁਲਿਸ ਦੀ ਪਹਿਲ ਆ ਜੇ ਆਪਾਂ ਕਹੀਏ ਤਾਂ ਉਹ ਵੀ ਇੱਕ ਬਹੁਤ ਵੱਡੀ ਪਹਿਲ ਆ। ਇਹਨੂੰ ਦੇਖ ਕੇ ਦੂਜੀ ਘਟਨਾ ਜਿਹੜੀ ਬੰਬਈ ਵਾਲੀ ਜੋੜੀ ਆਪਾਂ ਇਹਨੂੰ ਵੀ ਦੇਖ ਕੇ ਬਾਕੀ ਸੂਬਿਆਂ ਦੇ ਪੁਲਿਸ ਨੂੰ ਵੀ ਚਾਹੀਦਾ ਵੀ ਇਹੋ ਜਿਹਾ ਕੋਈ ਕੰਮ ਕਰਨ ਜਿਹਦੇ ਨਾਲ ਤੁਹਾਡਾ ਜਿਹੜਾ ਸਿਰ ਮਾਣ ਨਾਲ ਫਖਰ ਨਾਲ ਉੱਪਰ ਉੱਠੇ। ਪਰ ਜਿਹੜਾ ਲੜਕੀ ਨੇ ਕੀਤਾ ਆ ਇਹ ਇੱਕ ਔਰਤਾਂ ਲਈ, ਔਰਤ ਵਰਗ ਲਈ ਬਹੁਤ ਹੀ ਉਤਸ਼ਾਹਜਨਕ ਕੰਮ ਆ ਜੀ, ਜਿਹਦੇ 'ਚ ਇਹ ਨਹੀਂ ਹੁੰਦਾ ਵੀ ਔਰਤਾਂ ਪਿੱਛੇ ਰਹਿ ਜਾਂਦੀਆਂ, ਪਰ ਜਦੋਂ ਉਹ ਕੰਮ ਕਰਨ ਦਾ ਤਹਈਆ ਕਰ ਲੈਣ ਨਾ ਤਾਂ ਫਿਰ ਉਹਨਾਂ ਦੇ ਸਾਹਮਣੇ ਕੋਈ ਵੀ ਕੰਮ ਜਿਹੜਾ ਵੱਡਾ ਨਹੀਂ ਲੱਭਦਾ, ਉਹ ਉਹਨੂੰ ਕਰਕੇ ਰੱਖਦੀਆਂ, ਜਿਵੇਂ ਕਿ ਇਸ ਲੜਕੀ ਨੇ ਕੀਤਾ। ਔਰ ਇਹਦੀ ਪ੍ਰਸ਼ੰਸਾ ਇਕੱਲੇ ਦਿੱਲੀ ਵਿੱਚ ਨਹੀਂ ਪੂਰੇ ਦੇਸ਼ ਵਿੱਚ ਹੀ ਹੋ ਰਹੀ ਹੈ। ਬਕਾਇਦਾ ਪੁਲਿਸ ਕਮਿਸ਼ਨਰ ਨੇ ਉਹਨੂੰ ਆ ਕੇ ਉਹਦੀ ਫੀਤੀ ਲਾਈ ਆ, ਉਹਨੂੰ ASI ਬਣਾਇਆ ਔਰ ਉਹ ਇਸ ਵੇਲੇ ਦੇਸ਼ ਦਾ ਮਾਣ ਬਣ ਗਈ ਹੈ ਜੀ ਪੂਰੀ ਤਰ੍ਹਾਂ ਜੀ। ਬਹੁਤ ਵਧੀਆ ਤੇ ਬਹੁਤ ਖੁਸ਼ੀ ਦੇਣ ਵਾਲੀ ਇਹ ਸਾਡੇ ਲਈ ਖਬਰ ਸੀ ਅੱਜ ਲਈ। ਮੇਰਾ ਖਿਆਲ ਹੈ ਕਿ ਦਰਸ਼ਕ ਵੀ ਇਸ ਗੱਲ ਤੋਂ ਸੰਤੁਸ਼ਟੀ ਮਹਿਸੂਸ ਕਰਨਗੇ। ਬਿਲਕੁਲ ਜੀ। ਆਪਾਂ ਇਸ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਥੋੜਾ ਜ਼ਿਕਰ ਕਰਦਾ ਵੀ 2-3 ਐਪੀਸੋਡਾਂ ਦੇ ਵਿੱਚ ਆਪਾਂ ਪਹਿਲਾਂ ਵੀ ਪੁਲਿਸ ਦੀ ਪ੍ਰਸ਼ੰਸਾ ਕਰ ਚੁੱਕੇ ਹਾਂ। ਠੀਕ ਹੈ, ਜਿੱਥੇ ਆਪਾਂ ਉਹਨਾਂ ਦੀ ਆਲੋਚਨਾ ਕਰਨੀ ਬਣਦੀ ਆ ਉੱਥੇ ਜੇ ਉਹਨਾਂ ਨੇ ਚੰਗਾ ਕੰਮ ਕੀਤਾ ਤੇ ਆਪਾਂ ਨੂੰ ਪ੍ਰਸ਼ੰਸਾ ਕਰਨ ਤੋਂ ਵੀ ਪਿੱਛੇ ਨਹੀਂ ਹਟਣਾ ਚਾਹੀਦਾ, ਖਾਸ ਕਰ ਇਹੋ ਜਿਹੇ ਮੌਕਿਆਂ 'ਚ ਜਦੋਂ ਪੁਲਿਸ ਕਿਸੇ ਗਰੀਬ ਦੇ ਕੰਮ ਆਉਂਦੀ ਆ ਜੀ। ਜਦੋਂ ਕਿ ਉਹਨਾਂ ਦੇ ਟੈਗ ਲੱਗਾ ਆ ਵੀ ਇਹ ਤਾਂ ਵੀ ਪੈਸੇ ਵਾਲਿਆਂ ਦੇ ਹੀ ਕੇਸ ਸੋਲਵ ਕਰਦੀ ਆ, ਪੈਸੇ ਵਾਲਿਆਂ ਦੇ ਹੀ ਸ਼ਿਕਾਇਤਾਂ ਲੈਂਦੀ ਆ ਤੇ ਗਰੀਬਾਂ ਦੇ ਨੇੜੇ ਨਹੀਂ ਜਾਂਦੀ। ਪਰ ਜਦੋਂ ਇਹੋ ਜਿਹਾ ਕੰਮ ਕਰੇ ਤਾਂ ਫਿਰ ਉਹਨਾਂ ਦਾ ਜਿਹੜਾ ਚਰਚਾ ਕਰਨੀ ਬਣਦੀ ਆ। ਤੇ ਜਦੋਂ ਬੱਚਿਆਂ ਦੀ ਗੱਲ ਆ ਜਾਵੇ ਤਾਂ ਇਕੱਲੇ ਦਿੱਲੀ ਵਿੱਚ ਹੀ ਨਹੀਂ, ਮੇਰੇ ਖਿਆਲ ਜਦੋਂ ਇਸ ਰੈਕਟ ਨੂੰ ਕਿਤੇ ਖੰਗਾਲਿਆ ਗਿਆ ਜਾਂ ਕਿਤੇ ਸਾਰੇ ਸੂਬਿਆਂ ਦੀ ਪੁਲਿਸ ਇਸ ਤਰੀਕੇ ਨਾਲ ਚੌਕਸ ਹੋ ਗਈ, ਪਤਾ ਨਹੀਂ ਇਸ ਪੂਰੇ ਦੇਸ਼ ਵਿੱਚ ਹੀ ਵੱਖ-ਵੱਖ ਸੂਬਿਆਂ 'ਚ ਕਿੰਨੇ ਕੁ ਲਾਪਤਾ ਬੱਚਿਆਂ ਦਾ ਜਿਹੜਾ ਜਾਲ ਇਹ ਮਿਲੂਗਾ, ਪੁਲਿਸ ਦੇ ਧਿਆਨ ਵਿੱਚ ਆਊਗਾ। ਸੋ ਇਹ ਜਿਹੜਾ ਟਾਸਕ ਆ ਇੱਦਾਂ ਦਾ, ਇਹਨੂੰ ਦੇਖ ਕੇ ਬਾਕੀ ਸੂਬੇ ਵੀ ਦੇਣ ਤਾਂ ਉਹਦੇ ਨਾਲ ਉਹਨਾਂ ਦੀ ਇੱਕ ਤਾਂ ਕੰਮ ਕਰਨ ਦੀ ਜਿਹੜਾ ਜਜ਼ਬਾ ਉਹ ਵੱਧ ਜਾਂਦਾ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸਾਨੂੰ ਕੁਝ ਇਨਾਮ ਮਿਲਣਾ। ਤੇ ਜਦੋਂ ਤਰੱਕੀ ਮਿਲਣੀ ਆ ਤਾਂ ਫਿਰ ਤੁਹਾਨੂੰ ਪਤਾ ਜੀ ਸਰਕਾਰੀ ਮੁਲਾਜ਼ਮ ਨੂੰ ਤਰੱਕੀ ਬਹੁਤ ਪਿਆਰੀ ਹੁੰਦੀ ਆ। ਬਿਲਕੁਲ। ਤੇ ਉਹ ਮਿਲ ਵੀ ਜੇ ਆਊਟ ਆਫ ਟਰਨ ਜਾਵੇ ਤਾਂ ਉਹ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੋ ਸਕਦੀ। ਸੋ ਇਹ ਸਾਰੀਆਂ ਗੱਲਾਂ ਮਿਲਾ ਕੇ ਆਪਾਂ ਦੇਖੀਏ ਤਾਂ ਪੁਲਿਸ ਜਿਹੜਾ ਆਪਣਾ ਇਹਦੇ 'ਚ ਅਕਸ ਜਿਹੜਾ ਹੈ ਉਹਦਾ ਕਾਫੀ ਹੱਦ ਤੱਕ ਅਕਸ ਆਪਾਂ ਇਹਦਾ ਦੇਖੀਏ ਨਾ, ਕਈਆਂ ਸੂਬਿਆਂ ਦੇ ਵਿੱਚ ਵਿਗੜਿਆ ਵੀ ਹੁੰਦਾ ਆ, ਉਹਨਾਂ ਦਾ ਧੁੰਦਲਾ ਵੀ ਹੋਇਆ ਹੁੰਦਾ, ਤਾਂ ਕਈ ਤਰ੍ਹਾਂ ਦੇ ਸਵਾਲ ਵੀ ਉੱਠਦੇ ਆ। ਅਕਸ ਸੁਧਾਰਨ ਦਾ ਇੱਕ ਬਹੁਤ ਵਧੀਆ ਤਰੀਕਾ ਆ ਪੁਲਿਸ ਨੂੰ ਵੀ ਇਹ ਹਰੇਕ ਦੇ ਕੰਮ ਆਓ, ਇਹੋ ਜਿਹਾ ਕੰਮ ਕਰੋ ਜਿਹਦੀ ਕਿ ਮਿਸਾਲ ਦੁਨੀਆ ਦੇਵੇ। ਸੋ ਦੁਨੀਆ ਦੀ ਮਿਸਾਲ ਬਣ ਗਈ ਆ ਸੀਮਾ ਢਾਕਾ, ਜਿਹਦੇ ਉਹਦੇ ਪਰਿਵਾਰ। ਔਰ ਉਹਨੇ ਨਾਲ ਇਹ ਵੀ ਮੈਂ ਦੱਸਣਾ ਭੁੱਲ ਗਿਆ, ਉਹਨੇ ਇਹ ਕਿਹਾ ਵੀ ਮੇਰੇ ਇਸ ਕੰਮ ਦੇ ਵਿੱਚ ਮੇਰੇ ਆਪਣੇ ਪਰਿਵਾਰ, ਮੇਰੇ ਆਪਣੇ ਆਂਢ ਗੁਆਂਢ, ਮੇਰੇ ਰਿਸ਼ਤੇਦਾਰਾਂ ਨੇ
ਬਹੁਤ ਹੀ ਮੇਰੀ ਹਰ ਤਰ੍ਹਾਂ ਨਾਲ ਜਿੰਨਾ ਕੁ ਉਹਨਾਂ ਦਾ ਯੋਗਦਾਨ ਬਣਦਾ ਸੀ ਮੇਰੀ ਮਦਦ ਕੀਤੀ ਆ। ਕਹਿੰਦਾ ਮੈਂ ਬੱਚੇ ਛੱਡ ਕੇ, ਬੱਚਾ ਆਪਣਾ ਛੱਡ ਕੇ ਘਰ ਜਾਂਦੀ ਨਹੀਂ। ਇਹਦੇ ਲਈ ਮੇਰਾ ਹਸਬੈਂਡ ਵੀ ਸਰਕਾਰੀ ਜੋਬ ਪੁਲਿਸ ਦੇ ਵਿੱਚ ਹੀ ਆ, ਪਰ ਉਹਨੇ ਮੇਰਾ ਪੂਰਾ ਸਾਥ ਦਿੱਤਾ ਔਰ ਬੱਚੇ ਨੂੰ ਸੰਭਾਲਦਾ ਰਿਹਾ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਉਹਨੂੰ ਜਿਹੜਾ ਟਾਸਕ ਦਿੱਤਾ ਉਹਨੂੰ ਪੂਰਾ ਕਰਨ ਦੇ ਵਿੱਚ ਉਹਦਾ ਪਰਿਵਾਰ ਪੂਰੀ ਤਰ੍ਹਾਂ ਮਦਦ ਕਰਦਾ ਰਿਹਾ, ਜਿਹਦੇ ਕਰਕੇ ਉਹ ਆਪਣੇ ਇਸ ਟਾਸਕ ਦੇ ਵਿੱਚ ਕਾਮਯਾਬ ਹੋਈ ਆ ਔਰ ਤਰੱਕੀ ਹਾਸਲ ਕਰਨ ਦੇ ਵਿੱਚ ਸਫਲ ਰਹੀ ਹੈ ਜੀ। ਜੀ ਸ਼ੇਰਗਿੱਲ ਸਾਹਿਬ, ਬਹੁਤ ਵਧੀਆ ਰਿਹਾ ਸਾਡਾ ਇਹ ਤਜਰਬਾ ਇਸ ਗੱਲ ਨੂੰ ਸਮਝਣ ਦਾ, ਜਾਣਨ ਦਾ ਤੇ ਦੱਸਣ ਦਾ। ਇਹਦੇ 'ਚ ਤਰੱਕੀ ਇੱਕ ਪਹਿਲੂ ਆ, ਉਹਨੂੰ ਜਿਹੜੀ ਜੌਬ ਸੈਟੀਸਫੈਕਸ਼ਨ ਇੱਕ ਪਹਿਲੂ ਆ, ਤੇ ਮਾਨਵਤਾ ਇੱਕ ਪਹਿਲੂ ਆ, ਤੇ ਲੋਕਾਂ ਲਈ ਕੁਝ ਚੰਗਾ ਕੰਮ ਕਰ ਗੁਜ਼ਰਨ ਦੀ ਜਿਹੜੀ ਇੱਛਾ ਆ ਉਹ ਇੱਕ ਪਹਿਲੂ ਆ। ਬਹੁਤ ਹੀ ਚੰਗੀ ਗੱਲ ਆ, ਇਹੋ ਜਿਹੇ ਕੰਮ ਹੋਣੇ ਚਾਹੀਦੇ ਆ। ਔਰ ਜੇ ਮੈਂ ਇੱਕ ਹੋਰ ਗੱਲ ਵੀ ਦੇਖਦਾ, ਜੇ ਅਸੀਂ ਆਲੇ ਦੁਆਲੇ ਵਾਲੇ ਜੋ ਹੋ ਰਿਹਾ ਥੋੜ੍ਹੇ ਜਿਹਾ ਉਹਦੇ ਲਈ ਸੁਚੇਤ ਰਹੀਏ, ਥੋੜ੍ਹੇ ਜਿਹਾ ਚਿੰਤਕ ਰਹੀਏ, ਤੇ ਅਸੀਂ ਵੀ ਪ੍ਰਸ਼ਾਸਨ ਦੀ ਬਹੁਤ ਥਾਂ 'ਤੇ ਮਦਦ ਕਰ ਸਕਦੇ ਹਾਂ। ਬਿਲਕੁਲ ਕਰ ਸਕਦੇ ਜੀ, ਸਹੀ ਗੱਲ ਹੈ ਜੀ। ਲੈਂਦੇ ਹਾਂ ਜੀ ਇਸ ਪ੍ਰੋਗਰਾਮ ਵਿੱਚ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਕਰਾਂਗੇ ਵਿਚਾਰ ਚਰਚਾ ਵਿੱਚ ਹੋਰ ਵਿਚਾਰਾਂ 'ਤੇ ਚਰਚਾ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ, ਤੇ ਬ੍ਰੇਕ ਤੋਂ ਬਾਅਦ ਅਸੀਂ ਫਿਰ ਤੋਂ ਹਾਜ਼ਰ ਹਾਂ। ਸ਼ੇਰਗਿੱਲ ਸਾਹਿਬ, ਗੱਲ ਅਸੀਂ ਕੀਤੀ ਪੁਲਿਸ ਦੀ ਕਾਰਜਕਾਰੀ ਦੀ, ਤੇ ਕੁਝ ਚੰਗੇ ਕੰਮ ਦੇਸ਼ 'ਚ ਹੁੰਦੇ ਰਹਿੰਦੇ, ਤੇ ਅਸੀਂ ਉਹਦੀ ਗੱਲ ਵੀ ਕਰਦੇ ਰਹਿੰਦੇ ਹਾਂ। ਤੇ ਹੁਣ ਆਪਾਂ ਗੱਲ ਕਰੀਏ ਪੰਜਾਬ ਤੇ ਭਾਰਤ ਸਰਕਾਰ ਦੇ ਨਾਲ ਜਿਹੜਾ ਇੱਕ ਟਕਰਾਅ ਬਣਿਆ ਹੋਇਆ, ਤੇ ਕਿਸਾਨਾਂ ਦੇ ਅੰਦੋਲਨ ਦੀ ਗੱਲ ਕਰੀਏ। ਜੀ ਬਿਲਕੁਲ। ਉਹਦੇ 'ਚ ਕੀ ਅਗਾਂਹ ਹੋ ਰਿਹਾ, ਕੋਈ ਨਵੀਂ ਘਟਨਾ ਘਟ ਰਹੀ ਹੈ ਕਿ ਕਿੱਥੇ ਤੱਕ ਗੱਲ ਪਹੁੰਚੀ ਅੰਦੋਲਨ ਦੀ? ਬੀਤੇ ਦਿਨਾਂ 'ਚ ਆਸ ਸੀਗੀ ਕਿ ਕੁਝ ਮੀਟਿੰਗ ਹੋਣ ਜਾ ਰਹੀਆਂ, ਇੱਕ ਦੋ ਇਹਨਾਂ ਦੀਆਂ ਆਪਣੀਆਂ ਮੀਟਿੰਗਸ ਵੀ ਆ, ਤੇ ਕੁਝ ਹੋਰ ਵੀ ਹੋਇਆ ਉਹਦੇ 'ਚ? ਦੇਖੋ, ਪਹਿਲਾਂ ਤਾਂ ਪੰਜਾਬ ਦੇ ਆਪਣੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅੰਦੋਲਨ ਜਾਰੀ ਰਹੇਗਾ। ਸਾਫ਼ ਸਪਸ਼ਟ ਲਫ਼ਜ਼ਾਂ 'ਚ ਕੇਂਦਰ ਨੂੰ ਸੰਦੇਸ਼ ਦੇ ਦਿੱਤਾ ਸੀਗਾ ਵੀ ਪਹਿਲਾਂ ਮਾਲ ਗੱਡੀਆਂ ਚਲਾਓ ਜੀ, ਸਵਾਰੀ ਗੱਡੀਆਂ ਬਾਰੇ ਫਿਰ ਫੈਸਲਾ ਕਰਾਂਗੇ। ਜੇ ਤੁਸੀਂ ਅੜੇ ਆ ਤਾਂ ਅਸੀਂ ਵੀ, ਸਾਨੂੰ ਵੀ ਅੜਨਾ ਪੈ ਰਿਹਾ ਮਜਬੂਰ ਹੋ ਕੇ ਜੀ। ਜਿੱਥੋਂ ਤੱਕ ਅਗਲੀ ਮੀਟਿੰਗ ਦੀ ਗੱਲ ਆ, ਉਹ ਇਹਨਾਂ ਦਾ ਇੱਕ ਕੌਮੀ ਪੱਧਰ ਦੀ ਬਣਾਈ ਹੋਆ 500 ਕਿਸਾਨ ਜਥੇਬੰਦੀਆਂ ਤੇ ਆਧਾਰਿਤ ਹੈ ਇੱਕ ਜੀ ਸੰਯੁਕਤ ਕਿਸਾਨ ਮੋਰਚਾ। ਇਹਦੀ ਮੀਟਿੰਗ ਹੋਈ ਸੀ। ਇਹ ਮੀਟਿੰਗ ਕਿਉਂ ਹੋਈ ਆ, ਇਸ ਦਾ ਵੀ ਮੈਂ ਦੱਸ ਦੇਵਾਂ ਪਏ ਮੂਲ ਕਾਰਨ ਸੀਗਾ ਕਿ ਇਹਨਾਂ ਨੇ 26 ਤੇ 27 ਨਵੰਬਰ ਨੂੰ ਜੀ ਦਿੱਲੀ ਜਾ ਕੇ ਘੇਰਨੀ ਆ। ਹੁਣ ਦਿੱਲੀ ਘੇਰਨ ਬਾਰੇ ਆਪਾਂ ਪਿੱਛੇ ਜੇ ਗੱਲ ਵੀ ਕੀਤੀ ਵੀ ਉਹਨਾਂ ਨੇ ਨਾ ਤਾਂ ਰੈਲੀ ਲਈ ਥਾਂ ਦਿੱਤੀ ਆ, ਪੁਲਿਸ ਨੇ ਮਨਜ਼ੂਰੀ ਦਿੱਤੀ ਆ, ਤੇ ਨਾ ਹੀ ਉੱਥੇ ਕੋਈ ਪ੍ਰਦਰਸ਼ਨ ਕਰਨ ਵਾਸਤੇ ਕੋਈ ਇਜਾਜ਼ਤ ਦਿੱਤੀ ਆ ਜੀ। ਉਹਦੇ ਲਈ ਵੀ ਇਹਨਾਂ ਨੇ ਸਖਤ ਰਵੱਈਆ ਅਪਣਾਇਆ ਬਈ ਅਸੀਂ ਦਿੱਲੀ ਵੱਲ ਨੂੰ ਜਾਂਦੇ ਜਿਹੜੇ 5 ਐਂਟਰੀ ਪੁਆਇੰਟ ਆ, ਦਿੱਲੀ ਵੱਲ ਨੂੰ ਜੋੜਦੇ ਜਿਹੜੇ 5 ਥਾਵਾਂ ਦੇ ਹਾਈਵੇ ਆ, ਉਹਨਾਂ ਥਾਵਾਂ ਰਾਹੀਂ ਅਸੀਂ ਦਿੱਲੀ 'ਚ ਐਂਟਰ ਕਰਾਂਗੇ। ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਈ ਜੇ ਨਾ ਇਹ ਉੱਥੇ ਤੁਹਾਨੂੰ ਦਿੱਲੀ ਵੜਨ ਦਿੱਤਾ, ਫਿਰ ਕਹਿੰਦੇ ਜਿੱਥੇ ਅਸੀਂ ਰੁਕ ਗਏ ਉੱਥੇ ਹੀ ਅਣਮਿੱਥੇ ਸਮੇਂ ਲਈ ਧਰਨਾ ਲਾ ਦਿਆਂਗੇ ਜੀ। ਕਹਿੰਦੇ ਫਿਰ ਕੀ ਕਰਨਾ, ਅਸੀਂ 4-5 ਮਹੀਨੇ ਦਾ ਰਾਸ਼ਨ ਲੈ ਕੇ ਚੱਲਣਾ ਨਾਲ, ਟਰਾਲੀਆਂ ਦੇ ਨਾਲ। ਜੇ ਕਿਸਾਨਾਂ ਨੇ ਜਾਣਾ ਆ ਤਾਂ ਸਾਡੇ ਨਾਲ 4-5 ਮਹੀਨੇ ਦਾ ਰਾਸ਼ਨ ਵੀ ਜਾਊਗਾ। ਤੋ ਇਹ ਖੈਰ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਾ ਕਰਨ ਬਈ ਅਸੀਂ ਇਹਨਾਂ ਨੂੰ ਰੋਕ ਦਿੱਤਾ ਪਿਆ, ਖਰੇ ਉੱਥੇ ਰਹਿ ਕੇ ਮੁੜ ਆਉਣਗੇ, ਮੁੜਨ ਵਾਲੇ ਹੈ ਨਹੀਂ। ਘੱਟੋ ਘੱਟ 4-5 ਮਹੀਨੇ ਤਾਂ ਸਾਡਾ ਸੌਖਾ ਆ ਪਿਆ, ਅਸੀਂ ਰਾਸ਼ਨ ਲੈ ਕੇ ਜਾਵਾਂਗੇ, ਬਾਕੀ ਆਉਂਦੇ ਸਮੇਂ ਦੇ ਵਿੱਚ ਸਾਨੂੰ ਕੋਈ ਤੋਟ ਨਹੀਂ ਆਉਣੀ। ਅਸੀਂ ਇਹ ਅੰਦੋਲਨ ਕਿਸਾਨਾਂ ਦੇ ਖਿਲਾਫ ਜਿਹੜਾ ਕਾਨੂੰਨ ਬਣਾਇਆ ਉਹ ਖਤਮ ਕਰਕੇ ਹੀ ਸਾਹ ਲਵਾਂਗੇ ਜੀ। ਹੁਣ ਜਿਹੜੇ ਸੰਯੁਕਤ ਮੋਰਚੇ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਕੌਮੀ ਪੱਧਰ ਦੇ ਲੀਡਰ ਜੋਗਿੰਦਰ ਯਾਦਵ ਹੋਣੀ ਵੀ ਸ਼ਾਮਲ ਸੀਗੇ। ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਆ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕਿਸਾਨਾਂ ਦੀ ਮੋਰਚਾਬੰਦੀ ਦੀ ਇਹੋ ਜਿਹੀ ਏਕਤਾ ਦੇਖਣ ਨੂੰ ਮਿਲੀ ਆ ਜੀ। ਹੁਣ ਗੱਲ ਆ ਜਾਂਦੀ ਆ ਉੱਥੇ ਵੀ ਪੰਜਾਬ ਦੇ ਹਿੱਤਾਂ ਦੀ। ਹੁਣ ਕਿਸਾਨਾਂ ਦੇ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ 'ਚ ਵੀ ਮੈਨੂੰ ਪਤਾ ਲੱਗਾ, ਇੱਕ ਮੀਡੀਆ ਦੇ ਇੱਕ ਹਿੱਸੇ 'ਚੋਂ ਕਿਸੇ ਅਖਬਾਰ 'ਚ ਖਬਰ ਵੀ ਛਪੀ ਸੀ ਬਈ ਉੱਥੇ ਕੁਛ ਜਿਹੜੇ ਕਿਸਾਨ ਸੀ ਉਹ ਇਸ ਗੱਲ ਲਈ ਸਹਿਮਤ ਹੋ ਚੱਲੇ ਸੀਗੇ ਵੀ ਚਲੋ ਕੋਈ ਨਹੀਂ, ਕੇਂਦਰ ਤੱਕ ਜਿੰਨਾ ਦਬਾਅ ਬਣਾਉਣਾ ਸੀ ਬਣਾ ਲਿਆ, ਵੀ ਹੁਣ ਆਪਣਾ ਇੱਕ ਲੱਤ ਉੱਪਰ ਆ ਜੀ, ਪੱਖ ਉੱਪਰ ਆ ਇਹਨਾਂ ਦਾ, ਵੀ ਕੇਂਦਰ ਹੁਣ ਬੈਕਫੁੱਟ ਤੇ ਹੈਗਾ ਹੀ ਆ। ਤੇ ਚਲੋ ਕੋਈ ਨਹੀਂ, ਜੇ ਮਾਲ ਗੱਡੀਆਂ ਉਹ ਇਸ ਸ਼ਰਤ ਤੇ ਚਲਾਉਂਦੇ ਆ ਵੀ ਸਵਾਰੀ ਗੱਡੀਆਂ ਵੀ ਚਲਾਉਣ ਦੇਣ ਤੇ ਸਵਾਰੀਆਂ ਗੱਡੀਆਂ ਵੀ ਚਲਾ ਦਿਓ, ਆਪਾਂ ਆਪਣਾ ਪ੍ਰਦਰਸ਼ਨ ਧਰਨੇ ਉਹ ਤਾਂ ਚੱਲਦੇ ਹੀ ਆ। ਵੱਡੇ ਵੱਡੇ ਕਾਰਪੋਰੇਟਾਂ ਦੇ ਘਰਾਣਿਆਂ ਦੇ ਅੱਗੇ ਚੱਲ ਰਹੇ ਆ, ਭਾਜਪਾ ਆਗੂਆਂ ਦੇ ਅੱਗੇ ਚੱਲ ਰਹੇ ਆ। JP ਨੱਡਾ ਨੇ ਆਉਣਾ ਸੀ, ਉਹਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀਗਾ, ਪਰ ਉਹ ਨਹੀਂ ਆ ਸਕਿਆ। ਇਹ ਸਾਰਾ ਕੁਝ ਚੱਲਦਿਆਂ ਜੇ ਆਪਾਂ ਪੰਜਾਬ ਦੇ ਹਿੱਤਾਂ ਨੂੰ ਦੇਖੀਏ ਤੇ ਆਪਾਂ ਇਹਨੂੰ ਸਵਾਰੀ ਗੱਡੀਆਂ ਲਈ ਇਜਾਜ਼ਤ ਦੇ ਦਈਏ ਜੀ। ਪਰ ਉੱਥੇ ਫਿਰ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਵੀ ਉੱਥੇ ਜਿਹੜੀ ਬਹੁ ਗਿਣਤੀ ਵਾਲੀ ਗੱਲ ਹੋ ਗਈ ਨਾ, ਵੀ ਉਹ ਬਹੁ ਗਿਣਤੀ ਜਿਹੜੇ ਕਿਸਾਨ ਆਗੂ ਸੀਗੇ ਉਹ ਇਸ ਪੱਖ ਵਿੱਚ ਨਹੀਂ ਸਨ ਜੀ, ਜਿਹਦੇ ਕਰਕੇ ਜਿਹੜੇ ਇਸ ਪੱਖ 'ਚ ਸੀਗੇ ਵੀ ਉਹਨਾਂ ਦੇ ਨਾਲ ਰਲਣਾ ਪਿਆ। ਵੀ ਉਹਨਾਂ ਨੂੰ ਇਹ ਹੋਇਆ ਵੀ ਜੇ ਹੁਣ ਇਸ ਵੇਲੇ ਅਸੀਂ ਕੋਈ ਤੋੜ ਵਿਛੋੜੇ ਦੀ ਜਾਂ ਫੁੱਟ ਦੀ ਗੱਲ ਕਰਦੇ ਹਾਂ ਤੇ ਇਹਦਾ ਜਿਹੜਾ ਲਾਹਾ ਉਹ ਕੇਂਦਰ ਜ਼ਰੂਰ ਲਵੇਗੀ ਜੀ। ਅਗਲੀ ਗੱਲ ਉਹਦੇ ਨਾਲ ਇਹ ਸੀ ਵੀ ਜਿਹੜੀ ਇਸ ਸੰਯੁਕਤ ਮੋਰਚੇ ਦੇ ਨਾਲ ਸੈਂਟਰ ਦੇ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਵੀ ਮੀਟਿੰਗ ਚੱਲੀ ਆ, ਜਿੱਥੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਫਿਰ ਅਪੀਲ ਕੀਤੀ ਵੀ ਪੰਜਾਬ ਦੀ ਹਾਲਤ
ਗੰਭੀਰ ਤੋਂ ਵੀ ਗੰਭੀਰ ਬਣੀ ਜਾ ਰਹੀ ਆ। ਜੀ, ਇਹ ਮਤ ਸੋਚੋ ਵੀ ਆਪਾਂ ਨੂੰ ਇਸ ਵੇਲੇ ਜੇ ਨਹੀਂ ਦਿਸਦਾ ਵੀ ਸ਼ਾਇਦ ਚਲੋ ਬਿਜਲੀ ਆਈ ਜਾਂਦੀ ਆ, ਪਤਾ ਨਹੀਂ ਹੁਣ ਕਿਸ ਤਰੀਕੇ ਨਾਲ ਉਹ ਸਰਕਾਰ ਪ੍ਰਬੰਧ ਕਰ ਰਹੀ ਆ, ਇਹ ਤਾਂ ਸਰਕਾਰ ਨੂੰ ਪਤਾ ਹੋਊਗਾ। ਕਿਉਂਕਿ ਅੰਦਰਲੀਆਂ ਗੱਲਾਂ ਜਿਹੜੀਆਂ ਵੱਡੀਆਂ ਉਹ ਆਮ ਲੋਕਾਂ ਤੱਕ ਨਹੀਂ ਪਹੁੰਚਦੀਆਂ। ਆਪਾਂ ਨੂੰ ਤਾਂ ਇਹ ਪਤਾ ਬਿਜਲੀ ਨਹੀਂ ਆਈ ਦੇ ਚੱਲ ਗਈ, ਉਹ ਇੰਨੇ ਲੰਬੇ ਕੱਟ ਲੱਗ ਗਏ। ਸੋ ਉਹ ਪ੍ਰਬੰਧਾਂ ਦਾ ਉਹਨਾਂ ਨੂੰ ਪਤਾ, ਤਾਂ ਉਹਨਾਂ ਨੇ ਫਿਰ ਅਪੀਲ ਕੀਤੀ ਕਿਸਾਨਾਂ ਨੂੰ ਬਈ ਹੁਣ ਤੁਸੀਂ ਇਸ ਗੱਲ ਤੇ ਅੜੀ ਛੱਡ ਦਿਓ। ਫਿਰ ਅਗਲੀ ਗੱਲ ਜੇ ਹੁਣ ਦੇਖੀਏ ਤਾਂ ਕਈ ਜਿਹੜੇ ਮਾਹਰ ਬੰਦੇ ਉਹ ਵੀ ਇਹ ਕਹਿੰਦੇ ਆ ਵੀ ਜਦੋਂ ਪੰਜਾਬ ਸਰਕਾਰ ਤੁਹਾਡੇ ਨਾਲ ਪੂਰੀ ਤਰ੍ਹਾਂ ਖੜੀ ਹੋਈ ਆ, ਡਟੀ ਹੋਈ ਆ, ਤਾਂ ਫਿਰ ਤੁਹਾਨੂੰ ਇਹਨੂੰ ਇਸ ਤਰੀਕੇ ਨਾਲ ਲੈਣਾ ਚਾਹੀਦਾ ਵੀ ਪੰਜਾਬ ਸਰਕਾਰ ਦੇ ਕਹੇ ਵੀ ਲੱਗਣਾ ਚਾਹੀਦਾ ਜੀ। ਕਿਉਂਕਿ ਪਹਿਲਾਂ ਤਾਂ ਸ਼ੁਰੂ ਤੋਂ ਲੈ ਕੇ ਪੰਜਾਬ ਇਹਨਾਂ ਦੇ ਨਾਲ ਡਿਫੈਂਸਿਵ ਰਹੀ ਆ ਜੀ, ਇਹਨਾਂ ਦੇ ਨਾਲ ਖੜ ਕੇ ਕੇਂਦਰ ਨਾਲ ਆਡਾ ਲੈਂਦੀ ਰਹੀ ਆ। ਕੈਪਟਨ ਵੀ ਤੇ ਸਾਰੇ ਮੰਤਰੀ ਵੀ ਸਾਫ਼ ਸ਼ਬਦਾਂ 'ਚ ਕਹਿ ਰਹੇ ਸੀ ਅਸੀਂ ਕਿਸਾਨਾਂ ਦੇ ਨਾਲ ਆ। ਜਦੋਂ ਇਸ ਲੈਵਲ ਤੇ ਆ ਜਾਵੇ ਗੱਲ, ਫਿਰ ਪੰਜਾਬ ਸਰਕਾਰ ਨੂੰ ਵੀ ਮਜਬੂਰ ਹੋ ਕੇ ਓਫੈਂਸਿਵ ਹੋਣਾ ਪਊਗਾ। ਹੋਣ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਮਜਬੂਰ ਹੋਣਾ ਪਊਗਾ ਵੀ ਹਾਂ ਵੀ ਜੇ ਹੁਣ ਕਿਸਾਨ ਇਹ ਨਹੀਂ ਮੰਨਦੇ ਤਾਂ ਮੈਂ ਸਾਰੇ ਪੰਜਾਬ ਨੂੰ ਕਿਵੇਂ ਇਸ ਸੰਕਟ ਦੇ ਘੜੀ ਵਿੱਚੋਂ ਕੱਢਾਂ, ਉਹਦਾ ਹੱਲ ਕਿੱਦਾਂ ਲੱਭਾਂ। ਸੋ ਉਹਨੂੰ ਦੇਖਦੇ ਆ ਕਿਸਾਨਾਂ ਨੂੰ ਵੀ ਚਾਹੀਦਾ ਸੀ ਵੀ ਆਪਾਂ ਪੰਜਾਬ ਦਾ ਪੂਰਾ ਸਮਰਥਨ ਆ, ਸਰਕਾਰ ਦਾ ਪੂਰਾ ਸਮਰਥਨ ਆ, ਇੱਥੋਂ ਤੱਕ ਕਿ ਪਾਰਟੀਆਂ ਵੀ, ਸਿਆਸੀ ਪਾਰਟੀਆਂ ਚਾਹੇ ਕੋਈ ਵੀ ਆ, ਉਹ ਵੀ ਸਮਰਥਨ ਕਰ ਰਹੀਆਂ। ਪੂਰੇ ਪੰਜਾਬ ਦੇ ਲੋਕ ਬੱਚਾ ਸਮਰਥਨ ਕਰ ਰਿਹਾ। ਸੋ ਇਸ ਸਮਰਥਨ ਨੂੰ ਬਣਾਈ ਰੱਖਣ ਲਈ ਆਮ ਜਿਹੜਾ ਮਾਹਿਰਾਂ ਦਾ, ਆਮ ਜਿਹੜੇ ਬੁੱਧੀਜੀਵੀ ਕਹਿ ਲਓ, ਉਹਨਾਂ ਦਾ ਜਿਹੜਾ ਇਹ ਰਾਏ ਸੀਗੀ ਵੀ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਗੱਲ ਘੱਟੋ ਘੱਟ ਮੰਨ ਲੈਣੀ ਚਾਹੀਦੀ ਸੀਗੀ। ਪਰ ਉਹਦੇ ਵਿੱਚ ਜਦੋਂ ਬਹੁਤ ਸੰਮਤੀ ਤੁਹਾਨੂੰ ਦੱਸਿਆ ਵੀ ਹੋ ਗਈ, ਤੇ ਉਹਦੇ 'ਚ ਕੁਛ ਆਗੂ ਜਿਹੜੇ ਵੱਧ ਗਏ ਜਿਨ੍ਹਾਂ ਦੇ ਇਸ ਪੱਖ ਤੋਂ ਪਿੱਛੇ ਹਟ ਗਏ ਵੀ ਨਹੀਂ ਅਸੀਂ ਨਹੀਂ ਚੱਲਣ ਦੇਣਾ, ਜੋ ਮਰਜ਼ੀ ਹੋ ਜਾਏ, ਵੀ ਅਸੀਂ ਇਹ ਜੇ ਚਲਾਤਾ ਤਾਂ ਕੇਂਦਰ ਤੇ ਦਬਾਅ ਘਟ ਜਾਊਗਾ। ਪਰ ਹੁਣ ਜਦੋਂ ਇਹਨਾਂ ਨੇ ਪੂਰੀ ਤਰ੍ਹਾਂ ਇੱਕ ਤਿਆਰੀ ਕਰ ਲਈ ਵੀ ਪੰਜਾਬ ਤੋਂ ਜਿਹੜਾ ਅੰਦੋਲਨ ਆ ਰਾਜਧਾਨੀ ਵੱਲ ਨੂੰ ਲੈ ਜਾਣਾ, ਤੇ ਉੱਥੇ ਫਿਰ ਕੇਂਦਰ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਪਊਗਾ ਜੀ। ਕਿਉਂਕਿ ਪੰਜਾਬ ਦੇ ਵਿੱਚ ਤੱਕ ਸੀਗਾ, ਉੱਥੇ ਦਾ ਸਾਥ ਆਪ ਲੋਕ ਦੇ ਰਹੇ ਸੀਗੇ, ਸਾਰਾ ਪ੍ਰਸ਼ਾਸਨ, ਪੁਲਿਸ ਮਹਿਕਮਾ ਟੋਟਲੀ ਪੂਰਾ ਕਿਸਾਨਾਂ ਦੇ ਨਾਲ ਸੀਗਾ। ਆਪਾਂ ਇੱਕ ਖਬਰ ਤੇ ਚਰਚਾ ਵੀ ਕੀਤੀ ਸੀਗੀ ਕਿ ਪੁਲਿਸ ਵਾਲਿਆਂ ਨੂੰ ਸੰਤਰੀ ਤੋਂ ਲੈ ਕੇ ਈਵਨ ਵੱਡੇ ਅਧਿਕਾਰੀਆਂ ਤੱਕ ਨੂੰ ਵੀ ਕਿਹਾ ਸੀ ਵੀ ਤੁਹਾਡੇ ਕੋਲ ਹਥਿਆਰ ਨਹੀਂ ਹੋਣੇ ਚਾਹੀਦੇ, ਕਿਉਂਕਿ ਕਈ ਵਾਰੀ ਕੋਈ ਇਹੋ ਜਿਹੀ ਭੜਕਾਹਟ ਵਾਲੀ ਗੱਲ ਹੋ ਜਾਏ, ਜ਼ਿਆਦਾ ਭੜਕਾਵਾਜੀ ਹੋ ਜਾਏ, ਤਾਂ ਉੱਥੇ ਕਿਤੇ ਇਹੋ ਜਿਹਾ ਹਥਿਆਰ ਨਾ ਚੱਲ ਜਾਏ ਜਿਹਦੇ ਨਾਲ ਕਿ ਮਾਹੌਲ ਖਰਾਬ ਹੋ ਜਾਏ। ਸੋ ਪੁਲਿਸ ਪੰਜਾਬ ਜਿਹੜੀ ਆ, ਸਰਕਾਰ ਆ, ਪੁਲਿਸ ਆ, ਇਸ ਹੱਦ ਤੱਕ ਕਿਸਾਨਾਂ ਦੇ ਨਾਲ ਡਟੀ ਹੋਈ ਆ। ਸੋ ਹੁਣ ਗੱਲ ਚੱਲ ਗਈ ਕੇਂਦਰ ਤੇ। ਜਦੋਂ ਕੇਂਦਰ ਦੀ ਗੱਲ ਆਉਂਦੀ ਆ, ਤੇ ਉੱਥੇ ਇੱਕ ਗੱਲ ਚਰਚਾ ਪਿਛਲੇ ਹਫ਼ਤੇ ਚੱਲੀ ਸੀ ਬਈ ਇਹਨਾਂ ਨੇ 21 ਤਰੀਕ ਦੀ ਮੀਟਿੰਗ ਰੱਖੀ ਆ, ਪਰ ਹੁਣ ਅੱਜ ਤਾਂ 20 ਹੋ ਗਈ ਤੇ 21 ਕੱਲ੍ਹ ਆ, ਤੇ ਹਾਲੇ ਤੱਕ ਉਹਨਾਂ ਨੇ ਮੀਟਿੰਗ ਦਾ ਤਾਂ ਕੀ ਕਿਸੇ ਨਾਲ ਸੰਪਰਕ ਵੀ ਨਹੀਂ ਸਾਧਿਆ। ਗੱਲ ਤਾਂ 3-4 ਦਿਨ ਪਹਿਲਾਂ ਹੁੰਦਾ ਨਾ, ਜੇ ਤੁਸੀਂ ਮੀਟਿੰਗ ਰੱਖਦੇ ਆ ਤਾਂ ਉਹਦੇ ਲਈ ਏਜੰਡਾ ਤਿਆਰ ਹੁੰਦਾ ਆ, ਕਿਸਾਨਾਂ ਨੂੰ ਦੱਸਿਆ ਜਾਂਦਾ ਆ, ਟਾਈਮ ਵਗੈਰਾ ਕੀਤਾ ਜਾਂਦਾ, ਕਿੱਥੇ ਹੋਣਾ, ਕਿੰਨੇ ਵਜੇ ਪਹੁੰਚਣਾ। ਸੋ ਉਹ ਮੀਟਿੰਗ ਮੈਨੂੰ ਲੱਗਦਾ ਨਹੀਂ ਕਿਸੇ ਹੋਣ ਵਾਲੀ ਆ, ਕਿਉਂਕਿ ਹੁਣ ਤਾਂ ਦਿਨ ਇੱਕ ਰਹਿ ਗਿਆ। ਪਰ ਉਹਦੀ ਚਰਚਾ ਜ਼ਰੂਰ ਸੀਗੀ ਵੀ ਕੇਂਦਰ ਗੰਭੀਰ ਹੋ ਗਿਆ ਆ, ਵੀ ਸ਼ਾਇਦ ਚਲੋ MSP ਔਰ ਇਹਦੇ ਬਾਰੇ ਵਿਚਾਰ ਕਰ ਲਾਂਗੇ, ਪਰ ਉਹਦੇ ਬਾਰੇ ਕੋਈ ਲੱਗਦਾ ਨਹੀਂ। ਪਰ ਹੁਣ ਜਦੋਂ ਦਿੱਲੀ ਵੱਲ ਨੂੰ ਜਾ ਰਿਹਾ ਹੈ ਅੰਦੋਲਨ, ਤੇ ਕੇਂਦਰ ਨੂੰ ਵੀ ਇਹਦੇ ਲਈ ਸੰਜੀਦਾ ਹੋ ਕੇ ਸੋਚਣਾ ਪਊਗਾ, ਇਹਦਾ ਹੱਲ ਜਲਦੀ ਤੋਂ ਜਲਦੀ ਕੱਢਣਾ ਪਊਗਾ, ਕਿਉਂਕਿ ਦਿੱਲੀ 'ਚ ਇਹਨਾਂ ਦਾ ਸਾਥ ਦੇਣ ਵਾਲੇ ਨਹੀਂ ਹੋਣਗੇ, ਉੱਥੇ ਇਹਨਾਂ ਦੇ ਨਾਲ ਧੱਕੋਜੋਰੀ ਵੀ ਕਰਨੀ ਪਊਗੀ। ਜਿਵੇਂ ਇਹਨੇ ਦੱਸਿਆ ਪਹਿਲਾਂ ਵੀ ਜਿੱਥੇ ਰੋਕਿਆ ਉੱਥੇ ਧਰਨਾ ਦੇਣਗੇ, ਉੱਥੇ ਲੋਕਾਂ ਨੂੰ ਪਰੇਸ਼ਾਨੀ ਹੋਣਗੇ, ਤੇ ਲੋਕ ਵੀ ਇਹਨਾਂ ਦੇ ਖਿਲਾਫ ਹੋ ਸਕਦੇ ਆ। ਸ਼ੇਰਗਿੱਲ ਸਿੰਘ, ਅਸੀਂ ਜਦੋਂ ਬੈਠ ਕੇ ਗੱਲ ਕਰਦੇ ਹਾਂ, ਵਿਚਾਰਦੇ, ਤਾਂ ਸਾਨੂੰ ਲੱਗਦਾ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਗੱਲ ਮੰਨਣੀ ਚਾਹੀਦੀ ਸੀ, ਜਾਂ ਇਹਨਾਂ ਨੂੰ ਮਿਲ ਕੇ ਚੱਲਣਾ ਚਾਹੀਦਾ। ਤੇ ਪੰਜਾਬ ਸਰਕਾਰ ਨੇ ਬਹੁਤ ਵਾਰ ਕਿਸਾਨਾਂ ਨੂੰ ਭਰੋਸਾ ਵੀ ਦਿਵਾਇਆ, ਗੱਲ ਠੀਕ ਵੀ ਆ। ਮੈਂ ਇੱਦਾਂ ਵੀ ਲੱਗਦਾ ਕਿ ਕੇਂਦਰ ਸਰਕਾਰ ਨਾਲ ਸਾਡਾ ਵਿਰੋਧ ਆ, ਅਸੀਂ ਸਰਕਾਰ ਤੋਂ ਕਿਸੇ ਚੀਜ਼ ਦੀ ਮੰਗ ਕਰ ਰਹੇ ਹਾਂ, ਉਹ ਸਾਡੇ ਤੇ ਦਬਾਅ ਬਣਾ ਰਿਹਾ। ਹੁਣ ਇਹ ਚਾਹੀਦਾ ਸੀ ਕਿ ਉਹ ਵੀ ਇਸ ਗੱਲ ਨੂੰ ਮੰਨ ਨਹੀਂ ਸਕਦੇ ਸੀਗੇ ਕਿ ਅਸੀਂ ਦੂਜੀਆਂ ਟ੍ਰੇਨਾਂ ਪਹਿਲਾਂ ਚਲਾ ਲਈਏ, ਮਾਲ ਗੱਡੀਆਂ, ਤੇ ਦੂਜੀਆਂ 1 ਦਿਨ ਜਾਂ 2 ਦਿਨ ਬਾਅਦ ਚੱਲ ਜਾਣਗੀਆਂ। ਇੱਕ ਗੱਲ ਹੋਰ ਜਿਹੜੀ ਮੈਂ ਅੱਜ ਦੇਖਣ ਨੂੰ ਮੈਨੂੰ ਮਿਲੀ ਆ, ਇੱਕ ਵੱਖਰਾ ਦ੍ਰਿਸ਼ ਸੀਗਾ ਜਦੋਂ ਮੈਂ ਆ ਰਿਹਾ ਸੀ ਇਸ ਪ੍ਰੋਗਰਾਮ ਲਈ, ਤੇ ਰਸਤੇ ਦੇ ਵਿੱਚ ਇੱਕ ਦੁਕਾਨ ਦੇ ਸਾਹਮਣੇ ਬੜੀ ਵੱਡੀ ਲਾਈਨ ਲੱਗੀ ਹੋਈ ਸੀ, 25-30 ਬੰਦੇ ਉਸ ਲਾਈਨ ਦੇ ਵਿੱਚ ਖੜੇ ਸੀ। ਤੇ ਜਦੋਂ ਥੋੜਾ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਉਹ ਬੰਦੇ ਯੂਰੀਆ ਦੀ ਲਾਈਨ ਲਈ ਆ ਜੀ, ਉਹ ਖਾਸ ਸਟੋਰ ਦੇ ਬਾਹਰ ਖੜੇ ਸੀ ਯੂਰੀਆ ਲਈ। ਸੋ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਿਸਾਨ ਵੀ ਕਰ ਰਹੇ ਆ। ਬਿਲਕੁਲ। ਬਿਜਲੀ ਦੇ ਕੱਟ ਤੁਸੀਂ ਪਹਿਲਾਂ ਵੀ ਦੱਸਿਆ, ਤੇ ਇਹ ਸਰਕਾਰ ਨੇ ਬਹੁਤ ਚੰਗੀ ਤਰੀਕੇ ਨਾਲ, ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਤੇ ਦਵਾਇਆ ਇਸ ਗੱਲ ਦਾ। ਪਰ ਮਸਲਾ ਜਿਹੜਾ ਆ ਉਹ ਇੱਥੇ ਦਾ ਉੱਥੇ ਹੀ ਖੜਾ ਹਾਲੇ ਤੱਕ। ਕੇਂਦਰ ਸਰਕਾਰ ਨੂੰ ਉਹਦੇ ਲਈ ਬਹੁਤ ਸੌਖੇ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕਰ ਸਕਦੀ ਹੈ ਜੇ ਚਾਹਵੇ ਤਾਂ। ਤੇ ਅੱਜ ਦੀ ਇੱਕ ਖਬਰ ਸੀਗੀ ਕਿ ਬਹੁਤ ਸਾਰਾ ਝੋਨਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਬਾਹਰੋਂ ਆ ਕੇ ਵਿਕਿਆ। ਦੇਖੋ ਜੀ, ਇਹਦੇ ਵਿੱਚ ਹੁਣ ਜਦੋਂ ਚਲਦੀ ਗੰਗਾ ਦੇ ਵਿੱਚ ਹੱਥ ਧੋਣ ਵਾਲੀ ਗੱਲ ਆ ਬਈ, ਹੁਣ ਪਤਾ ਬਈ ਉਹ ਇੱਕ ਮੰਡੀ ਇੱਕ ਦੇਸ਼ ਦਾ ਐਲਾਨਿਆ ਹੋਇਆ ਪ੍ਰਧਾਨ ਮੰਤਰੀ ਨੇ, ਤੇ ਸਭ ਤੋਂ ਵੱਧ ਜਿਹੜਾ ਆ ਉਹ ਨੁਕਸਾਨ MSP ਹਟਾਉਣ ਦਾ ਪੰਜਾਬ ਨੂੰ ਹੀ ਆ, ਤੇ ਸਭ ਤੋਂ ਵੱਧ ਫਾਇਦਾ MSP ਲੱਗੇ ਰਹਿਣ ਦਾ, ਉਹਦਾ ਫਾਇਦਾ ਜਿਹੜਾ ਉਹ ਪੰਜਾਬ ਨੂੰ ਹੀ ਆ। ਸੋ ਕਿਉਂ ਨਾ ਉਹਨਾਂ ਨੇ ਜਿਹੜੇ ਬਾਕੀ ਸੂਬਿਆਂ ਵਾਲੇ ਵੀ ਇਹਦਾ ਫਾਇਦਾ ਲੈਣ।
ਉਸੇ ਫਾਇਦੇ ਨੂੰ ਲੈ ਕੇ ਔਰ ਉਹਦੇ ਵਿੱਚ ਆਪਾਂ ਇਕੱਲਾ ਉਹਨਾਂ ਦਾ ਫਾਇਦਾ ਹੀ ਨਾ ਦੇਖੀਏ, ਇੱਥੇ ਵੀ ਤਾਂ ਪੰਜਾਬ ਦੇ ਵਿੱਚ ਵੀ ਤਾਂ ਜਿਹੜੇ ਸੱਤਾਧਾਰੀ ਧਿਰ ਦੇ ਆਗੂ ਆ, ਵਿਧਾਇਕ ਆ, ਆੜਤੀਏ ਆ, ਸ਼ੈਲਰ ਮਾਲਕ ਆ, ਜਿਹੜੇ ਸਟੋਰ ਕਰਦੇ ਆ, ਉਹਨਾਂ ਸਾਰਿਆਂ ਦੀ ਮਿਲੀ ਭੁਗਤ ਨਾਲ ਹੀ ਘੱਟੋ ਘੱਟ 40 ਲੱਖ ਟਨ ਝੋਨਾ, ਜਿਹਦੀ ਕੀਮਤ 10,000 ਕਰੋੜ ਰੁਪਏ ਬਣਦੀ ਆ, ਇਹ ਇੰਨਾ ਝੋਨਾ ਵਿਕ ਗਿਆ। ਹੁਣ MSP ਲਈ ਤਾਂ ਆਪਾਂ ਨੂੰ ਆਇਆ ਸੀ 35,000 ਕੁਛ ਉਸ ਤੋਂ ਵੱਧ ਕਰੋੜ ਜੀ RBI ਤੋਂ, ਉਹ ਵੀ 30,000 ਕਰੋੜ ਪਹਿਲਾਂ ਦਿੱਤਾ ਤੇ 5,000 ਕਰੋੜ ਥੋੜਾ ਬਾਅਦ ਚ ਜਾਰੀ ਕੀਤਾ। ਉਹਦੇ ਵਿੱਚੋਂ 10,000 ਕਰੋੜ ਦਾ ਝੋਨਾ ਤਾਂ ਲੈ ਗਏ ਬਾਕੀ ਸੂਬਿਆਂ ਵਾਲੇ, ਜੀ ਠੀਕ ਹੈ। ਉਹਦੇ ਨਾਲ ਆੜਤੀਆਂ ਦਾ ਕਮਿਸ਼ਨ ਵੀ ਆ ਗਿਆ 250-300 ਕਰੋੜ, 600-700 ਕਰੋੜ ਦਾ ਪੰਜਾਬ ਸਰਕਾਰ ਨੂੰ ਵੀ ਮੰਡੀ ਫੀਸ ਮਿਲ ਗਈ ਜੀ ਤੇ ਇਹ ਸਾਰਾ ਕੁਝ ਦੇਖ ਕੇ ਤੇ ਜੇ ਆਪਾਂ ਦੂਜੇ ਪਾਸੇ ਦੇਖੀਏ ਮਿਲੀ ਭੁਗਤ ਵਾਲਿਆਂ ਨੂੰ ਵੀ 3-4 ਹਜ਼ਾਰ ਕਰੋੜ ਦਾ ਫਾਇਦਾ ਹੋਇਆ ਜੀ। ਤੇ ਹੁਣ ਉਹਨਾਂ ਨੇ ਦੇਖਿਆ ਵੀ ਇਦਾਂ ਨਹੀਂ ਤਾਂ ਇਦਾਂ ਹੀ ਸਹੀ। ਇਹ ਲਾਹਾ ਲੈਣ ਦੀ ਗੱਲ ਆਪਾਂ ਕਰ ਸਕਦੇ ਚ ਲਾਹਾ ਹੀ ਲਿਆ ਉਹਨਾਂ ਨੇ, ਹੋਰ ਕੁਝ ਨਹੀਂ ਆ। ਪਰ ਜੇ ਆਪਾਂ ਰੋਕਿਆ ਸੀਗਾ ਤੇ ਇਹਨਾਂ ਨੂੰ ਰੋਕਣਾ ਚਾਹੀਦਾ ਸੀਗਾ ਵੀ ਜਦ ਤੁਸੀਂ MSP ਪੰਜਾਬ ਲਈ ਗੱਲ ਕਰਦੇ ਆ ਤਾਂ ਬਾਹਰਲੀ ਸੂਬਿਆਂ ਤੋਂ ਆ ਕੇ ਕਿਉਂ ਵਿਕਣ ਦਿੰਦੇ ਆ। ਇਹਦੇ ਲਈ ਬਹੁਤ ਅਖਬਾਰਾਂ ਨੇ ਪ੍ਰਮੁਖਤਾ ਨਾਲ ਖਬਰਾਂ ਵੀ ਛਾਪੀਆਂ ਸੀ, ਕਈਆਂ ਐਂਟਰੀਆਂ ਪੁਆਇੰਟਾਂ ਦੇ ਉੱਤੇ ਟਰੱਕ ਵੀ ਫੜੇ ਸੀਗੇ, ਕਿਸਾਨਾਂ ਨੇ ਖੁਦ ਫੜੇ ਸੀਗੇ, ਮੰਡੀ ਬੋਰਡ ਨੇ ਵੀ ਫੜੇ ਸੀਗੇ। ਪਰ ਗੱਲ ਆ ਗਈ ਸੀ ਪੁਲਿਸ ਤੇ ਵੀ ਹੁਣ ਕੇਸ ਕਰੀਏ ਤੇ ਕਿਹੜੀ ਧਾਰਾ ਕਿਹੜੀ ਲਾਈਏ ਜੀ। ਇਹ ਸਾਰਾ ਕੁਝ ਚੱਲਦਾ ਰਿਹਾ ਕੰਮ। ਪਰ ਹੁਣ ਜਦੋਂ ਕੁੱਲ ਮਿਲਾ ਕੇ ਦੇਖਿਆ ਗਿਆ ਤੇ ਜਿੱਥੇ 165 ਲੱਖ ਟਨ ਜਿਹੜੀ ਝੋਨੇ ਦੀ ਰਿਕਾਰਡ ਆਮਦ ਹੋਣੀ ਸੀ ਇਸ ਸੀਜ਼ਨ 'ਚ, ਜੀ ਪਹਿਲਾਂ 155 ਲੱਖ ਮਿੱਥੀ ਗਈ ਸੀ, ਪਰ ਝਾੜ ਨੂੰ ਦੇਖਦੇ ਆ ਉਹ ਵਧਾ ਕੇ 165 ਲੱਖ ਟਨ ਕੀਤੀ ਗਈ। ਪਰ ਉਹ ਤੋਂ ਕਿਤੇ ਵੱਧ 200 ਲੱਖ ਟਨ ਝੋਨਾ ਵਿਕ ਗਿਆ। ਉਹ ਤੋਂ ਸੰਸ਼ਾ ਪੈਦਾ ਹੋਇਆ ਵੀ ਇਹ ਝੋਨਾ ਆਇਆ ਕਿੱਥੋਂ ਜੀ। ਇਹ ਨਹੀਂ ਵੀ ਐਸੇ ਸਾਲ ਹੋਇਆ, ਹੁੰਦਾ ਹਰ ਸਾਲ ਹੀ ਆ, ਪਰ ਇਹ ਸਾਲ ਜਦੋਂ ਰੌਲਾ ਪੈ ਰਿਹਾ ਖੇਤੀ ਕਾਨੂੰਨਾਂ ਦਾ ਤਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਇੰਨੀ ਵੱਡੀ ਮਾਤਰਾ 'ਚ ਝੋਨਾ ਆ ਕੇ ਪੰਜਾਬ 'ਚ ਮਿੱਥੇ ਹੋਏ ਟੀਚੇ ਤੋਂ ਵੱਧ ਵਿਕ ਜਾਣਾ, ਉਹ ਆਪਣੇ ਆਪ 'ਚ ਸਵਾਲ ਖੜੇ ਕਰਦਾ ਹੈ, ਜਿਹਨੂੰ ਲੈ ਕੇ ਇਹ ਵਾਵੇਲਾ ਖੜਾ ਹੋਇਆ। ਔਰ ਇਸੇ ਕਰਕੇ ਸਾਰੀਆਂ ਖਬਰਾਂ ਇਹ ਨਸ਼ਰ ਹੋਈਆਂ। ਇੰਨੇ ਮੁਸ਼ਕਲ ਦੌਰ 'ਚੋਂ ਕਿਸਾਨੀ ਗੁਜ਼ਰ ਰਹੀ ਹੈ ਤੇ ਇਹਦੇ ਤੋਂ ਵੀ ਫਾਇਦਾ ਲੈਣ ਤੋਂ ਸਾਡੇ ਆਪਣੇ ਹੀ ਲੋਕ ਚੁੱਕ ਨਹੀਂ ਰਹੇ। ਗੱਲ ਉਹੀ ਆ ਜਾਂਦੇ ਨੇ, ਸਿਆਸੀ ਹਿੱਤ ਪਹਿਲਾਂ ਆ, ਕਿਸਾਨੀ ਬਾਅਦ ਆ ਜੀ। ਤੋ ਉਹ ਕਿਸਾਨੀ ਵਿਚਾਰਿਆਂ ਨੇ ਜਿਹੜੇ ਉਹ ਤਾਂ ਕਰ ਰਹੇ ਆ ਆਪਣੇ ਤੌਰ ਤੇ ਸ਼ਾਂਤਮਈ ਤਰੀਕੇ ਨਾਲ, ਪਰ ਇਹਦੇ ਵਿੱਚ ਸਿਆਸੀ ਲਾਹਾ ਲੈਣ ਵਾਲੇ ਪਿੱਛੇ ਨਹੀਂ ਹਟ ਰਹੇ ਜੀ। ਦਰਸ਼ਕੋ, ਵਿਚਾਰ ਚਰਚਾ ਜਾਰੀ ਰਹੇਗੀ। ਵਕਤ ਹੋ ਗਿਆ ਹੈ ਇੱਕ ਹੋਰ ਬ੍ਰੇਕ ਦਾ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਤੁਹਾਡਾ ਸਭ ਦਾ ਪ੍ਰੋਗਰਾਮ ਵਿਚਾਰ ਚਰਚਾ ਦੇ ਅਗਲੇ ਹਿੱਸੇ ਵਿੱਚ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰਦੇ ਸੀ ਕਿਸਾਨੀ ਅੰਦੋਲਨ ਦੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਇਹਦੇ ਤੇ ਕੁਝ ਬਿਆਨ ਕੀਤਾ ਹੈ। ਕੀ ਗੱਲ ਕੀਤੀ ਉਹਨਾਂ ਨੇ ਜੀ? ਦੇਖੋ ਜੀ, ਪਹਿਲਾਂ ਤਾਂ ਜਿਹੜੀ ਉਹ ਪਿਛਲੀ ਮੀਟਿੰਗ ਹੋਈ ਸੀ ਕਿਸਾਨ ਜਥੇਬੰਦੀਆਂ ਦੀ, ਉਹਨੂੰ ਲੈ ਕੇ ਉਹਨਾਂ ਨੇ ਨਿਰਾਸ਼ਾ ਜ਼ਾਹਰ ਕੀਤੀ ਸੀਗੀ ਜੀ, ਬਈ ਇਹ ਠੀਕ ਨਹੀਂ ਹੋਇਆ। ਕਿਸਾਨਾਂ ਨੂੰ ਮਾਲ ਗੱਡੀਆਂ ਚਲਾਉਣ ਦੇ ਨਾਲ ਸਵਾਰੀ ਗੱਡੀਆਂ ਬਾਰੇ ਵੀ ਵਿਚਾਰ ਕਰਨੀ ਚਾਹੀਦੀ ਸੀਗੀ ਪੰਜਾਬ ਦੇ ਹਾਲਾਤ ਨੂੰ ਦੇਖਦਿਆਂ। ਹੁਣ ਜਦੋਂ ਕੌਮੀ ਪੱਧਰ ਦੀ ਮੀਟਿੰਗ ਹੋਈ ਆ ਤੇ ਉਹਦੇ ਵਿੱਚ ਵੀ ਉਹਨਾਂ ਤੋਂ ਦਿਸਿਆ ਪਏ ਕੋਈ ਹੱਲ ਜਾਂ ਕਿਤੇ ਬੰਨੇ ਕੰਡੇ ਲੱਗਦੀ ਗੱਲ ਦਿਸਦੀ ਨਹੀਂ। ਫਿਰ ਹੁਣ ਕੈਪਟਨ ਸਾਹਿਬ ਵੀ ਥੋੜ੍ਹੇ ਜਿਹੇ ਸਰਗਰਮ ਹੋ ਗਏ ਆ। ਉਹਨਾਂ ਨੇ ਦੇਖਿਆ ਵੀ ਹੁਣ ਇਹ ਜੇ ਯਤਨ ਹੋਰ ਕਰਨੇ ਪੈਣੇ ਆ ਸਰਕਾਰ ਪੱਖੋਂ। ਇੱਕ ਤਾਂ ਉਹਨਾਂ ਨੇ ਕੇਂਦਰ ਨੂੰ ਅਪੀਲ ਕੀਤੀ ਆ ਬਈ ਤੁਸੀਂ ਹੀ ਆਪਣਾ ਅੜੀਅਲ ਰਵੱਈਆ ਛੱਡ ਦਿਓ, ਖੁਰਾਕ ਦੇ ਲਈ ਦਿਖਾਓ, ਸਾਰੇ ਪੰਜਾਬੀਆਂ ਨੂੰ ਹੀ ਨਿਸ਼ਾਨਾ ਨਾ ਬਣਾਓ। ਗੱਲ ਉਹਨਾਂ ਦੀ ਠੀਕ ਆ ਬਈ ਤੁਸੀਂ, ਤੁਹਾਡੇ ਨਾਲ ਅੰਦੋਲਨ ਚੱਲ ਰਿਹਾ ਕਿਸਾਨ ਦਾ, ਰੇੜਕਾ ਚੱਲ ਰਿਹਾ ਕਿਸਾਨ ਦਾ, ਕਾਨੂੰਨ ਤੁਸੀਂ ਬਣਾਏ ਆ, ਖੇਤੀ ਦੇ ਬਾਰੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਮਾਰ ਰਹੇ ਤੁਸੀਂ, ਤੇ ਇਹਦੇ ਵਿੱਚ ਆਮ ਪੰਜਾਬੀ ਵੀ ਜਿਹੜਾ ਉਹ ਸੰਕਟ ਦੀ ਮਾਰ ਹੇਠ ਆ ਰਿਹਾ। ਸੋ ਇਹਨੂੰ ਲੈ ਕੇ ਕੈਪਟਨ ਸਾਹਿਬ ਨੇ ਕਿਹਾ ਵੀ ਕੇਂਦਰ ਨੂੰ ਵੀ ਤੁਸੀਂ ਥੋੜ੍ਹੀ ਜਿਹੀ ਫਰਾਕ ਦਿਲੀ ਦਿਖਾਓ ਤੇ ਮਾਲ ਗੱਡੀਆਂ ਚਲਾ ਦਿਓ ਘੱਟੋ ਘੱਟ, ਫਿਰ ਮੈਂ ਯਤਨ ਕਰਦਾ ਸਵਾਰੀ ਗੱਡੀਆਂ ਵੀ ਚਲਾਊਂਗਾ ਜੀ। ਤੇ ਇਹਦੇ ਲਈ ਇੱਕ ਗੱਲ ਹੋਰ ਅੱਗੇ ਜਾ ਕੇ ਉਹਨੇ ਕਹੀ ਵੀ ਮੈਂ ਹੋ ਸਕੇ ਤਾਂ ਆਉਂਦੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਵੀ ਮਿਲਾਂਗਾ ਤੇ ਗ੍ਰਹਿ ਮੰਤਰੀ ਨੂੰ ਵੀ ਜਾ ਕੇ ਮਿਲਾਂਗਾ ਤੇ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਵੀ ਜ਼ੋਰ ਦੇ ਕੇ ਭਈ ਇਹ ਮਾਲ ਗੱਡੀਆਂ ਜ਼ਰੂਰ ਚਲਾਓ ਵੀ ਸਾਡਾ ਜਿਹੜਾ ਸੰਕਟ ਆ ਗੰਭੀਰ ਹੁੰਦਾ ਜਾ ਰਿਹਾ ਹਰੇਕ ਚੀਜ਼ ਦਾ, ਕਿਉਂਕਿ ਕਣਕ ਦੀ ਬਿਜਾਈ ਐਨ ਸਿਰ ਤੇ ਆ ਜੀ। ਤੇ ਜਿੱਥੇ ਤੱਕ ਆਪਾਂ ਦੇਖੀਏ, ਤੁਸੀਂ ਗੱਲ ਕੀਤੀ ਵੀ ਯੂਰੀਆ ਦੀ ਲਾਈਨ ਲੱਗੀ ਹੋਈ ਸੀਗੀ, ਉਹ ਵਾਕਿਆ ਲੱਗਣੀ ਆ, ਹਜੇ ਹੋਰ ਵੀ ਰਸ਼ ਪੈਣਾ ਕਿਉਂਕਿ ਯੂਰੀਆ ਮਿਲ ਨਹੀਂ ਰਿਹਾ ਜੀ। ਤੇ ਇਹਦੇ ਨਾਲ ਮੈਂ ਇੱਕ ਗੱਲ ਹੋਰ ਦੱਸ ਦਵਾਂ ਵੀ ਜਦੋਂ ਇਹੋ ਜਿਹੀ ਸਥਿਤੀ ਆ ਜਾਂਦੀ ਨਾ ਤਾਂ ਫਿਰ ਹਰੇਕ ਬੰਦਾ, ਉਹ ਪਹਿਲਾਂ ਗੱਲ ਕੀਤੀ ਹੈ ਵੀ ਚੱਲਦੀ ਗੰਗਾ ਦੇ ਹੱਥ ਧੋਣ ਨੂੰ ਕਰਦਾ ਹੀ ਆ। ਸੋ ਜਿਨ੍ਹਾਂ ਦੇ ਕੋਲ ਯੂਰੀਆ ਪਏ ਸੀਗੇ ਉਹਨਾਂ ਨੇ ਸਟੋਰ ਕਰਨੇ ਸ਼ੁਰੂ ਕਰ ਦਿੱਤੇ। ਕਿਉਂਕਿ ਉਹਨਾਂ ਨੂੰ ਪਤਾ ਵੀ ਹੁਣ ਮੋਹਰੇ ਲੋੜ ਆ, ਪਿੱਛੋਂ ਯੂਰੀਆ ਆ ਨਹੀਂ ਰਿਹਾ, ਤੇ ਜੇ ਸਾਡੇ ਕੋਲ ਪਿਆ ਤੇ ਉਹਨੂੰ ਵੱਧ ਮੁੱਲ ਤੇ ਵੇਚਾਂਗੇ ਤਾਂ ਮੁਨਾਫਾ ਖੱਟਾਂਗੇ ਜੀ। ਸੋ ਹਰੇਕ ਬੰਦਾ, ਜੇ ਆਪਾਂ ਸਿਆਸੀ ਲਾਹਾ ਦੀ ਗੱਲ ਕਰੀਏ, ਸਿਆਸਤ ਜਿਹੜੀ
ਪਾਰਟੀਆਂ ਉਹ ਤਾਂ ਲਾਹਾ ਲੈਂਦੀਆਂ ਆਮ ਬੰਦਾ ਵੀ ਜਦੋਂ ਇਹੋ ਜਿਹਾ ਮੁਨਾਫਾ ਲੈਣ ਲੱਗ ਜਾਵੇ ਤਾਂ ਇਹਨੂੰ ਆਪਾਂ ਮਾੜੀ ਗੱਲ ਹੀ ਕਵਾਂਗੇ। ਜੇ ਆਪਾਂ ਪਿੱਛੇ ਲੋਕਡਾਊਨ ਦੇ ਵਿੱਚ ਵੀ ਇਦਾਂ ਦੀ ਗੱਲਾਂ ਆਪਾਂ ਨੂੰ ਦੇਖਣ 'ਚ ਆਈਆਂ, ਕਈਆਂ ਨੇ ਬਹੁਤ ਵੱਡਾ ਮੁਨਾਫਾ ਕੀਤਾ। ਇਹ ਮੁਨਾਫਾਖੋਰੀ ਸਹੀ ਨਹੀਂ ਹੁੰਦੀ ਆ, ਦੂਰ ਤੱਕ ਨਹੀਂ ਜਾਂਦੀ। ਆਪਾਂ ਨੂੰ ਇਹਦਾ ਲਾਹਾ ਉਨਾ ਹੀ ਲੈਣਾ ਚਾਹੀਦਾ ਜਿੰਨਾ ਕੁ ਸਾਡਾ ਬਣਦਾ ਆ। ਪਰ ਹੁਣ ਜਦ ਤੁਸੀਂ ਲਾਈਨਾਂ ਲੱਗੀਆਂ ਕੀਤੀ ਗੱਲ, ਤਾਂ ਮੈਂ ਦੱਸਿਆ ਵੀ ਇਹ ਲਾਈਨਾਂ ਤਾਂ ਹੀ ਲੱਗੀਆਂ ਕਿਉਂਕਿ ਹੁਣ ਇਹਦੇ ਬਲੈਕ ਵੀ ਹੋਣ ਲੱਗ ਪੈਣੀ ਗਾਹਾਂ ਤੋਂ ਗਾਹਾਂ ਜੀ, ਕਿਉਂਕਿ ਆਉਣਾ ਨਹੀਂ ਖਾਦ। ਕਿਸਾਨ ਇਸ ਵੇਲੇ ਪੂਰੀ ਤਰ੍ਹਾਂ ਜੂਝ ਰਿਹਾ ਪਏ, ਕਣਕ ਬੀਜ ਰਹੀ ਹੈ ਜੀ। ਇਨਸਾਨੀਅਤ ਦੇ ਉੱਤੇ ਅਕਸਰ ਅਸੀਂ ਦੇਖਦੇ ਹਾਂ ਕਿ ਵਪਾਰੀਕਰਨ ਜਿਹੜਾ ਬਾਜ਼ਾਰ ਆ ਉਹ ਭਾਰੀ ਹੋ ਜਾਂਦਾ, ਪੈਸੇ ਦੀ ਜਿਹੜੀ ਭੁੱਖ ਹੈ ਵੱਧ ਜਾਂਦੀ। ਦੇਖੋ 41 ਲੱਖ ਹੈਕਟੇਅਰ ਆ ਪੰਜਾਬ ਦੀ ਜਿਹੜੀ ਵਾਹੀਯੋਗ ਜ਼ਮੀਨ ਆ, ਜਿਹਦੇ ਵਿੱਚ 35 ਲੱਖ ਹੈਕਟੇਅਰ ਦੇ ਵਿੱਚ ਕਣਕ ਬੀਜੀ ਜਾਣੀ ਆ, ਹਰ ਸਾਲ ਬੀਜੀ ਜਾਂਦੀ ਆ। ਬਾਕੀ ਬਚੀ ਜ਼ਮੀਨ ਜਿਹੜੀ ਉਹ ਹੋਰ ਫਸਲਾਂ ਜਿਹੜੀਆਂ ਹਾੜੀ ਦੀਆਂ ਬੀਜੀਆਂ ਜਾਂਦੀਆਂ। ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਵੱਡੀ ਪੱਧਰ ਤੇ ਕਣਕ ਬੀਜੀ ਜਾਣੀ, ਉਹਦੇ ਲਈ ਤਾਂ ਤੁਸੀਂ ਦੇਖੋ ਅੰਦਾਜ਼ਾ ਲਾ ਲਓ ਵੀ ਯੂਰੀਆ ਔਰ ਡਾਇਆ ਜਿਹੜਾ ਮੇਨ ਹੈ ਉਹਦੇ ਵਿੱਚ ਪੈਣਾ, ਉਹ ਕਿੰਨੀ ਵੱਡੀ ਪੱਧਰ ਤੇ ਲੱਗੂਗਾ ਜੀ। ਸੋ ਇਹ ਗੱਲ ਕੇਂਦਰ ਦੇ ਕੋਲ ਕੈਪਟਨ ਸਾਹਿਬ ਉਠਾਉਣ ਚੱਲੇ ਆ। ਹੋ ਸਕਦਾ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਉਹਨਾਂ ਦੇ ਨਾਲ ਗੱਲ ਕਰਕੇ ਜਾਂ ਉਸ ਤੋਂ ਪਹਿਲਾਂ ਕਿਸਾਨਾਂ ਨਾਲ ਵੀ ਇੱਕ ਚੰਡੀਗੜ੍ਹ ਮੀਟਿੰਗ ਕਰਨਗੇ, ਤੇ ਲੱਗਦਾ ਵੀ ਉਹਦੇ ਵਿੱਚ ਕੁਛ ਨਾ ਕੁਛ ਹੱਲ ਨਿਕਲਣ ਦੀ ਆਸ ਆ। ਪਰ ਕੇਂਦਰ ਵੱਲੋਂ ਹਜੇ ਇਹਦੇ ਪ੍ਰਤੀ ਕੋਈ ਆਪਣਾ ਕਿਸੇ ਤਰ੍ਹਾਂ ਦਾ ਵੀ ਰੁਖ ਨਰਮ ਅੜੀਅਲ ਤਾਂ ਹੈਗਾ ਹੀ ਹੈਗਾ, ਨਰਮ ਪੱਖ ਵਾਲਾ ਕੋਈ ਦਿਸਣ ਨੂੰ ਮਿਲਦਾ ਨਹੀਂ ਹੈਗਾ। ਆਉਣ ਵਾਲੇ ਸਮੇਂ 'ਚ ਉਹ ਕੀ ਕਰਦੀ ਆ, ਇਹਨਾਂ ਨੂੰ ਬੁਲਾਉਂਦੀ ਆ ਮੀਟਿੰਗ ਤੇ ਨਹੀਂ ਬੁਲਾਉਂਦੀ ਆ, ਉਹ ਹਜੇ ਸਮਾਂ ਹੀ ਆਉਣ ਵਾਲਾ ਦੱਸੇਗਾ ਜੀ। ਸ਼ੇਰਗਿੱਲ ਸਾਹਿਬ, ਥੋੜ੍ਹੇ ਜਿਹੇ ਸਮੇਂ 'ਚ ਇਹ ਵੀ ਗੱਲ ਦੱਸ ਦਿਓ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਸੀਗੀ ਕਿਸਾਨਾਂ ਦੇ ਕਾਨੂੰਨਾਂ ਨੂੰ ਲੈ ਕੇ, ਕਿਸਾਨੀ ਦੇ ਕਾਨੂੰਨ ਜਿਹੜੇ ਪਾਸ ਕੀਤੇ ਉਹਨੂੰ ਲੈ ਕੇ। ਪਹਿਲਾਂ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਹਾਈ ਕੋਰਟ ਜਾਓ, ਪਰ ਹੁਣ ਉਹ ਅਸੈਪਟ ਕਰ ਲਈ ਆ। ਪਹਿਲਾਂ ਉਹਨਾਂ ਨੇ ਖਾਰਜ ਕਰ ਦਿੱਤੀ ਸੀਗੀ ਜੀ, ਤੇ ਪਰ ਬਾਅਦ ਵਿੱਚ ਜਦੋਂ ਪਟੀਸ਼ਨਰ ਨੇ ਕਿਹਾ ਵੀ ਜੋ ਕਾਨੂੰਨ ਇਹਨਾਂ ਨੇ ਬਣਾਏ ਆ ਉਹ ਸਬਜੈਕਟ ਖੇਤੀਬਾੜੀ ਦਾ ਸਟੇਟ ਦਾ ਸਬਜੈਕਟ ਆ, ਨਾ ਕਿ ਸੈਂਟਰ ਦਾ। ਪਰ ਇਹ ਜਿਹੜੇ ਕੌਨਕਰੈਂਟ ਸਬਜੈਕਟ ਆ ਜਾਂਦਾ, ਖੇਤੀਬਾੜੀ ਜਿਹੜਾ ਆ ਇਹ ਕੌਨਕਰੈਂਟ ਸਬਜੈਕਟ ਆ, ਸਟੇਟ ਦਾ ਵੀ ਆ ਤੇ ਸੈਂਟਰ ਦਾ ਵੀ ਆ। ਸੋ ਉਹਨੂੰ ਲੈ ਕੇ ਉਹਨਾਂ ਨੇ ਇਸ ਕਰਕੇ ਪਹਿਲਾਂ ਵੀ ਜਦੋਂ ਪਟੀਸ਼ਨ ਲਈ ਸੀ ਤਾਂ ਉਦੋਂ ਉਹਨਾਂ ਨੇ ਸੈਂਟਰ ਨੂੰ ਨੋਟਿਸ ਦਿੱਤਾ ਸੀਗਾ ਜਵਾਬ ਦਾਇਰ ਕਰਨ ਲਈ। ਹੁਣ ਫਿਰ ਜਦੋਂ ਉਹਨਾਂ ਨੇ ਪਹਿਲਾਂ ਖਾਰਜ ਕੀਤੀ, ਹੁਣ ਬਹਾਲ ਕਰ ਦਿੱਤੀ ਆ, ਤੇ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਤਾਂ ਉਹਨਾਂ ਨੇ ਹੁਣ ਦੁਬਾਰਾ ਇਹਦੇ ਤੇ ਸੈਂਟਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਆ। 1-2 ਹਫ਼ਤਿਆਂ ਤੱਕ ਉਹਨਾਂ ਨੂੰ ਜਵਾਬ ਦੇਣ ਲਈ ਕਿਹਾ ਹੈ ਜੀ। ਅਸੀਂ ਗੱਲ ਕਰਦੇ ਸੀ ਕੈਪਟਨ ਸਾਹਿਬ ਦੀ, ਤੇ ਕੈਪਟਨ ਸਾਹਿਬ ਦੇ ਬੇਟੇ ਦੀ ਵੀ ਕੱਲ ਪੇਸ਼ੀ ਹੋ ਗਈ ਈਡੀ 'ਚ ਜੀ। ਕੀ ਬਣਿਆ ਜੀ ਉੱਥੇ, ਕੋਈ ਗੱਲ ਆਈ ਬਾਹਰ ਕਿ ਨਹੀਂ? ਦੇਖੋ ਜੀ, ਉੱਥੇ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਵੀ ਇਹੋ ਜਿਹੀਆਂ ਜਿਹੜੀਆਂ ਏਜੰਸੀਆਂ ਆ, ਚਾਹੇ ਉਹ CBI ਆ, ਚਾਹੇ ED ਆ, ਚਾਹੇ ਉਹ ਇਨਕਮ ਟੈਕਸ ਵਾਲੇ ਆ, ਉਹਨਾਂ ਦਾ ਜਦੋਂ ਇਹੋ ਜਿਹੇ ਤਰੀਕੇ ਨਾਲ ਵਰਤਿਆ ਜਾਣਾ ਉਹ ਫਿਰ ਸਿਆਸੀ ਗਲਿਆਰਿਆਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਜੀ। ਸੋ ਇਹਨਾਂ ਨੂੰ 2-3 ਵਾਰੀ ਪਹਿਲਾਂ ਰਾਣਿੰਦਰ ਨੂੰ 4 ਸਾਲ ਪੁਰਾਣੇ ਇੱਕ ਫੇਮਾ ਮਾਮਲੇ 'ਚ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਇਹ ED ਨੇ ਤਲਬ ਕੀਤਾ ਸੀਗਾ। ਇੱਕ ਵਾਰੀ ਤਾਂ ਉਹਨਾਂ ਨੇ ਕਿਹਾ ਵੀ ਮੇਰੀ ਸੰਸਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਆ, ਵੀ ਮੈਂ ਉੱਥੇ ਬਿਜ਼ੀ ਆ, ਉਹਦਾ ਕਾਰਨ ਦੱਸਿਆ। ਦੂਜੀ ਵਾਰ ਉਹਨਾਂ ਨੇ ਆਪਣੀ ਸਿਹਤ ਨਾਸਾਜ਼ ਹੋਣ ਦਾ ਕਾਰਨ ਦੱਸਿਆ ਵੀ ਮੈਂ ਨਹੀਂ ਆ ਸਕਦਾ, ਪਰ ਖੈਰ ਉਹਨਾਂ ਨੂੰ ਆਉਣਾ ਹੀ ਪੈਣਾ ਸੀਗਾ ਕਿਉਂਕਿ ED ਐਡੀ ਛੇਤੀ ਪਿੱਛਾ ਨਹੀਂ ਛੱਡਦੀ। ਸੋ ਉਹਨਾਂ ਨੇ ਤੀਜੀ ਵਾਰ ਵੀ ਜਦੋਂ ਤਲਬ ਕੀਤਾ ਤੇ ਉਹ ਆਏ ਸੀਗੇ 11 ਵਜੇ ਉਹ ਦਫ਼ਤਰ ਪਹੁੰਚੇ ਆ ਜਲੰਧਰ ਦੇ ED ਦਫ਼ਤਰ ਦੇ ਵਿੱਚ। 6 ਘੰਟੇ ਪੁੱਛਗਿੱਛ ਹੋਈ ਆ ਜੀ, ਤੇ ਲਗਾਤਾਰ 6 ਘੰਟੇ ਪੁੱਛਗਿੱਛ ਕੀਤੀ ਆ। ਉਹਦੇ ਵਿੱਚ ਜਦੋਂ ਉਹਨਾਂ ਨੂੰ ਬਾਹਰ ਆ ਕੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਕਿਹਾ ਕਿ ਜਾਂਚ ਦੇ ਬਾਰੇ ਕੀ ਆ ਜਾਂ ਏਜੰਸੀ ਬਾਰੇ ਕੋਈ ਗੱਲਬਾਤ, ਉਹ ਕਹਿੰਦੇ ਮੈਂ ਟਿੱਪਣੀ ਨਹੀਂ ਕਰਾਂਗਾ, ਪਰ ਇੰਨਾ ਜ਼ਰੂਰ ਮੈਂ ਕਹਿਣਾ ਵੀ ਇਸ ਮਾਮਲੇ ਦੇ ਵਿੱਚ ਮੈਂ ED ਦਾ ਸਹਿਯੋਗ ਜ਼ਰੂਰ ਕਰਾਂਗਾ। ਜੋ ਵੀ ਇਹਨਾਂ ਨੂੰ ਜਿੱਦਾਂ ਦੇ ਵੀ ਇਹਨਾਂ ਨੇ ਸਵਾਲ ਪੁੱਛਣੇ ਆ, ਜੋ ਵੀ ਇਹਨਾਂ ਨੂੰ ਜਾਣਕਾਰੀ ਮੰਗਣਗੇ, ਮੈਂ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਾਊਂਗਾ। ਸੋ ਇਹਦੇ ਵਿੱਚ ਮੈਂ ਇਹ ਵੀ ਨਾਲ ਜਾਣਕਾਰੀ ਦੇ ਦੇਵਾਂ ਬਈ ED ਨੇ ਇਹ ਤੋਂ ਇਲਾਵਾ ਕੈਪਟਨ ਦੇ ਸਾਰੇ ਪਰਿਵਾਰ ਨੂੰ ਵੀ ਇਨਕਮ ਟੈਕਸ ਨੇ ਤੇ ED ਨੇ ਜਿਹੜੇ ਨੋਟਿਸ ਜਾਰੀ ਕੀਤੇ ਹੋਏ ਹਨ। ਆਉਂਦੇ ਦਿਨਾਂ 'ਚ ਮੈਨੂੰ ਲੱਗਦਾ ਸ਼ਾਇਦ ਉਹਨਾਂ ਦੀ ਵੀ ਕਿਤੇ ED ਤਲਬ ਨਾ ਕਰ ਲਵੇ। ਸੋ ਇਹ ਹਜੇ ਗੱਲ ਲੰਮੀ ਚੱਲੂਗੀ, ਤੇ ਇਹਦੇ ਕਰਕੇ ਵੀ ਜੇ ਆਪਾਂ ਜੋੜ ਕੇ ਦੇਖੀਏ, ਮੈਂ ਆਪਣੀ ਰਾਏ ਦੇ ਰਿਹਾ, ਹੋ ਸਕਦਾ ਕਿਸੇ ਮਾਹਿਰਾਂ ਦੇ ਕੋਲ ਵੀ ਇਹ ਰਾਏ ਹੋਵੇ ਵੀ ਉਹ ਜਿਹੜਾ ਕੈਪਟਨ ਨੇ ਜਿਹੜੀ ਮੁਲਾਕਾਤ ਕਰਨੀ ਆ ਉਹਦੇ ਵਿੱਚ ਵੀ ਸ਼ਾਇਦ ਇਹਦੇ ਬਾਰੇ ਵਿਚਾਰ ਚਰਚਾ ਹੋਵੇ ਵੀ ਮੈਂ ਖੇਤੀ ਕਾਨੂੰਨ ਬਣਾਏ ਆ ਤੇ ਇਹਨੂੰ ਲੈ ਕੇ ਹੁਣੇ ਤੁਹਾਨੂੰ ਕਿੱਥੋਂ ਚੇਤਾ ਆ ਗਿਆ ED ਦਾ, 4 ਸਾਲ ਕਿੱਥੇ ਸੀਗੇ ਜੀ, ਤੇ ਆਉਣ ਵਾਲੇ ਸਮੇਂ ਚੋਣਾਂ ਦਾ ਮਾਹੌਲ ਵੀ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਜੀ। ਪੰਜਾਬ ਨਾਲ ਹੀ ਜੁੜੀ ਹੋਈ ਇੱਕ ਹੋਰ ਖਬਰ ਸੀ, ਬੀਤੇ ਦਿਨੀ ਅਸੀਂ ਦੇਖਿਆ ਸੀਗਾ ਕਿ ਅਕਾਲੀ ਦਲ ਦਾ BJP ਨਾਲੋਂ ਤੋੜ ਵਿਛੋੜਾ ਹੋ ਗਿਆ ਸੀ, ਤੇ ਇੱਕ ਮਿਨਿਸਟਰ ਸੀ ਸੈਂਟਰ 'ਚ, ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ, ਤੇ ਹੁਣ ਉਹਨਾਂ ਦੇ ਉਸੇ ਮਿਨਿਸਟਰ ਦੇ ਭਰਾ ਨੇ ਤੇ ਪੰਜਾਬ 'ਚ ਸਾਬਕਾ ਮੰਤਰੀ ਨੇ ਉਹਨਾਂ ਦੀ ਸੁਰੱਖਿਆ ਵਾਪਸ ਹੋਈ ਆ। ਉਹ ਵੀ ਕੁਝ ਕੀ ਘਟਨਾ ਹੈ ਜੀ ਅੱਜ ਦੀ? ਇਹ ਗੱਲ ਉਹਦੇ ਏਜੰਸੀ ਨਾਲ ਹੀ ਜੋੜ ਲਈਏ ਤੇ ਚੰਗਾ ਹੁੰਦਾ ਜੀ। ਬਿਲਕੁਲ ਗੱਲਾਂ ਜੁੜੀ ਜਾਂਦੀਆਂ ਜੀ ਅੱਗੇ, ਕਿਉਂਕਿ ਇਹ ਫਿਰ ਜਦੋਂ 10 ਸਾਲ ਸੁਰੱਖਿਆ ਦਿੱਤੀ ਰਹੀ ਉਹਨੂੰ ਜੀ, ਸੈਂਟਰ ਦੇ ਵਿੱਚ ਮਿਨਿਸਟਰ ਸੀਗੇ, ਪਿਛਲੀ ਟਰਮ 'ਚ ਵੀ ਰਹੇ ਹਰਸਿਮਰਤ ਕੌਰ ਬਾਦਲ, ਇਸ ਟਰਮ 'ਚ ਵੀ ਸੀਗੇ। ਚਲੋ ਕਿਸਾਨਾਂ ਦੇ ਅੰਦੋਲਨ ਕਰਕੇ ਉਹਨਾਂ ਦੇ ਕਿਸਾਨਾਂ ਦੇ ਹਿੱਤ ਪੂਰਦਿਆਂ ਅਸਤੀਫਾ ਵੀ ਦੇਣਾ ਪਿਆ ਤੇ ਤੋੜ ਵਿਛੋੜਾ ਵੀ ਕਰਨਾ ਪਿਆ। ਪਰ ਹੁਣ ਆਪਾਂ ਜੇ ਪਿਛਲੇ ਦਿਨਾਂ ਦੇ ਵਿੱਚ ਦੇਖੀਏ ਤਾਂ ਕੇਂਦਰ ਦੀ ਭਾਜਪਾ ਔਰ ਅਕਾਲੀ ਦਲ, ਇਹਨਾਂ ਦੇ ਵਿੱਚ ਸ਼ਬਦੀ ਜੰਗ ਕਾਫੀ ਚੱਲ ਰਹੀ ਹੈ ਜੀ।
ਕਿਉਂਕਿ ਜਿੱਥੇ ਭਾਜਪਾ ਵਾਲੇ ਕਹਿ ਰਹੇ ਆ ਵੀ ਅਸੀਂ ਜੀ 117 ਸੀਟਾਂ ਤੇ ਪੂਰੀਆਂ ਦੇ ਜਿੱਤ ਕੇ ਦਿਖਾਵਾਂਗੇ ਜੀ ਤੇ ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਸੁਖਬੀਰ ਹੁਣੀ ਵੀ ਕਹਿ ਰਹੇ ਆ ਕੋਈ ਨਹੀਂ ਜੀ ਤੁਹਾਡੀ ਮੌਜ ਹੈ ਜੀ ਜਿੱਤ ਲਓ ਦੇਖ ਲਓ ਜਿੱਤ ਕੇ ਕਿਵੇਂ ਜਿੱਤ ਹੁੰਦਾ। ਜੀ ਪੈਣ ਤੋਂ ਭਾਵ ਇਹਨਾਂ ਦਾ ਆਪਸੀ ਜਿਹੜਾ ਇੱਥੇ ਸੂਬੇ ਦੇ ਵਿੱਚ ਖਿੱਚ ਧਾਣ ਸੀਗੀ ਜਿਹੜੀ ਆਮੋ ਸਾਹਮਣੇ ਜਿਹੜੇ ਟਕਰਾਅ ਹੋਇਆ ਸੀ ਉਹ ਹੁਣ ਕੇਂਦਰ ਵੱਲ ਨੂੰ ਚਲੇ ਗਿਆ। ਜੀ ਤਾਂ ਕੇਂਦਰ ਨੇ ਆ ਕੇ ਇਹਦੀ ਜਿਹੜੀ ਸੁਰੱਖਿਆ ਸੀ ਬਿਕਰਮ ਸਿੰਘ ਮਜੀਠੀਆ ਦੀ ਉਹ CISF ਦੀ ਦਿੱਤੀ ਹੋਈ ਸੀ ਸੁਰੱਖਿਆ। ਕਿਉਂ ਦਿੱਤੀ ਸੀ? ਕਿਉਂਕਿ ਇਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਗੈਂਗਸਟਰਾਂ ਤੇ ਹੋਰਾਂ ਵੱਲੋਂ ਵਿਦੇਸ਼ਾਂ ਤੋਂ ਵੀ ਧਮਕੀਆਂ ਆਉਂਦੀਆਂ ਰਹੀਆਂ ਸੀਗੀਆਂ ਤੇ ਇਸ ਦੇਸ਼ ਵਿੱਚੋਂ ਵੀ ਪੰਜਾਬ ਵਿੱਚੋਂ ਵੀ ਧਮਕੀਆਂ ਮਿਲਦੀਆਂ ਰਹੀਆਂ ਸੀ। ਤਾਂ ਉਹਨਾਂ ਦੀ ਇਸ ਥ੍ਰੈਟ ਪਰਸੈਪਸ਼ਨ ਨੂੰ ਲੈ ਕੇ ਸੈਂਟਰ ਨੇ ਉਹਨਾਂ ਦੀ ਸੁਰੱਖਿਆ ਵਧਾਈ ਸੀਗੀ, ਸੈਂਟਰ ਲੈਵਲ ਦੀ ਸੁਰੱਖਿਆ ਸੀਗੀ। ਹੁਣ ਜਦੋਂ ਉਹਨਾਂ ਤੋਂ ਸੁਰੱਖਿਆ ਇਹ ਵਾਪਸ ਲੈ ਲਈ ਗਈ ਆ, ਹਾਲਾਂਕਿ ਇਹ ਸੁਰੱਖਿਆ ਅੱਜ ਨਹੀਂ ਵਾਪਸ ਲਈ, ਇਹ ਲਈ ਨੂੰ ਹੋ ਗਏ 1.5-2 ਹਫ਼ਤੇ। ਅੱਛਾ ਜੀ। ਤੇ ਜਾਣਕਾਰੀ ਤਾਂ ਇਹ ਬਾਹਰ ਆਈ ਆ ਕਿਉਂਕਿ ਸੈਂਟਰ ਨੇ ਹੁਣ ਉਹਨਾਂ ਨੇ ਇੱਕ ਸੂਚਿਤ ਕਰਤਾ ਪੰਜਾਬ ਸਰਕਾਰ ਨੂੰ, ਪੰਜਾਬ ਦੇ DGP ਨੂੰ, ਬਈ ਅਸੀਂ ਜਿਹੜੀ ਆ ਇਹ ਕੇਂਦਰ ਦੀ ਸੁਰੱਖਿਆ ਦਿੱਤੀ ਹੋਈ ਸੀ ਮਜੀਠੀਆ ਸਾਹਿਬ ਨੂੰ ਉਹ ਵਾਪਸ ਲੈ ਲਈ ਆ। ਹੁਣ ਮਸਲਾ ਇਹ ਖੜਦਾ ਪਿਆ ਹੁਣ ਪੰਜਾਬ ਸਰਕਾਰ ਨੂੰ ਉਹਨਾਂ ਦੀ ਸੁਰੱਖਿਆ ਦੀ ਸਮੀਖਿਆ ਕਰਨੀ ਪਊਗੀ। ਆਉਣ ਵਾਲੇ ਦਿਨਾਂ ਦੇ ਵਿੱਚ DGP ਨੂੰ ਇਹਦੇ ਬਾਰੇ ਮੀਟਿੰਗ ਕਰਨੀ ਪਊਗੀ। ਉਹਦੇ ਲਈ ਉਹਨਾਂ ਦੇਖਣਾ ਪਊਗਾ ਵੀ ਇਹਦੀ ਜਿਹੜੀ ਥ੍ਰੈਟ ਪਰਸੈਪਸ਼ਨ ਜੋ ਪਿਛਲੇ ਦਿਨਾਂ ਦੇ ਵਿੱਚ ਸੀਗੀ ਉਹ ਹੁਣ ਵੀ ਕਿਤੇ ਸਟੈਂਡ ਕਰਦੀ ਕਿ ਨਹੀਂ ਕਰਦੀ। ਜੇ ਉਹ ਸਟੈਂਡ ਕਰਦੀ ਆ ਤਾਂ ਫਿਰ ਉਸ ਲੈਵਲ ਦੀ ਉਹਨਾਂ ਨੂੰ ਸੁਰੱਖਿਆ ਪੰਜਾਬ ਸਰਕਾਰ ਨੂੰ ਮੁਹੱਈਆ ਕਰਾਉਣੀ ਪਊਗੀ। ਜੇ ਨਹੀਂ ਕਰਦੀ ਤਾਂ ਫਿਰ ਉਹਨਾਂ ਦਾ ਆਪਣਾ ਪੁਲਿਸ ਅਮਲੇ ਦਾ ਮਾਮਲਾ ਆ, ਸਰਕਾਰ ਦਾ ਮਾਮਲਾ ਆ, ਉਹ ਕੀ ਕਰਦੇ ਆ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਇਹਨੂੰ ਆਪਾਂ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਵੀ ਜੋੜਿਆ ਜਾ ਸਕਦਾ ਆ। ਜੋੜਿਆ ਹੀ ਜਾਂਦਾ ਕਿਤੇ ਨਾ ਕਿਤੇ ਜਦੋਂ ਏਜੰਸੀਆਂ ਆਪਾਂ ਵਰਤਦੇ ਆ ਤਾਂ ਇਹੋ ਜਿਹੇ ਕੰਮ ਵੀ ਜਦੋਂ ਉਹ ਸਿਆਸੀ ਬਦਲਾਖੋਰੀ ਦੀ ਭਾਵਨਾ ਸਮਝੀ ਜਾਂਦੀ ਆ। ਸ਼ੇਰਗਿੱਲ ਸਾਹਿਬ, ਅਸੀਂ ਬੀਤੇ ਦਿਨੀ ਵੀ ਗੱਲ ਕੀਤੀ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ 100 ਸਾਲਾਂ ਦੇ ਟਾਈਮ ਤੇ ਕੁਝ ਬਿਆਨ ਦਿੱਤਾ ਸੀ, ਉਹਦੀ ਬੜੀ ਚਰਚਾ ਹੋ ਰਹੀ ਹੈ। ਹੁਣ ਉਹਦੇ 'ਚ ਕੀ ਨਵਾਂ ਮੋੜ ਆਇਆ ਜੀ? ਨਵਾਂ ਮੋੜ ਇਹ ਆਇਆ ਵੀ ਉੱਥੋਂ ਉਹਨਾਂ ਦੇ ਪ੍ਰਤੀਕਰਮ ਦੇ ਵਿੱਚ ਭਾਜਪਾ ਦੇ ਇੱਕ ਕਿਸਾਨ ਵਿੰਗ ਦੇ ਬਹੁਤ ਵੱਡੇ ਆਗੂ ਆ ਹਰਜੀਤ ਸਿੰਘ ਗਰੇਵਾਲ ਹੋਣਾ ਨੇ ਜੀ ਕੀ ਬੋਲਿਆ ਉਹ ਵੱਖਰੀ ਗੱਲ ਆ, ਪਰ ਉਹਦੇ ਵਿੱਚ ਉਹਨਾਂ ਦੇ ਜਿਹੜੇ ਅਪਸ਼ਬਦ ਜਿਹੜੇ ਆ ਉਹ ਬਹੁਤ ਚਰਚਾ ਦਾ ਵਿਸ਼ਾ ਬਣ ਗਏ ਆ। ਜੀ ਉਹਨਾਂ ਨੇ ਇਹਨਾਂ ਨੂੰ ਕਾਫੀ ਹੱਦ ਤੱਕ ਬੋਲਿਆ ਔਰ ਉਹ ਫਿਰ ਜਦੋਂ ਇਹੋ ਜਿਹੀ ਗੱਲ ਆ ਜਾਂਦੀ ਅਕਾਲ ਤਖਤ ਦੇ ਮਾਮਲੇ ਦੇ ਵਿੱਚ ਉੱਥੇ ਫਿਰ ਜਥੇਦਾਰ ਇੱਕ ਪਾਸੇ ਰਹਿ ਜਾਂਦਾ ਜੀ। ਫਿਰ ਉਹਨੂੰ ਫਿਰ ਅਕਾਲ ਤਖਤ ਦੇ ਨਾਲ ਜੋੜਿਆ ਜਾਣ ਲੱਗ ਪੈਂਦਾ ਆ। ਜਿਹੜੀ ਉਹਨਾਂ ਨੇ ਗੱਲ ਕਹੀ ਆ ਉਹਨੂੰ ਲੈ ਕੇ ਕਾਫੀ ਵਿਵਾਦ ਹੋਇਆ। ਇਹਨੂੰ ਮੈਂ ਇਹਦੇ ਨਾਲ ਵੀ ਜੋੜ ਰਿਹਾ, ਥੋੜ੍ਹੀ ਜਿਹੀ ਗੱਲ ਮੈਂ ਇੱਕ ਮਿੰਟ ਲਈ ਪਿੱਛੇ ਲੈ ਜਾਊਂਗਾ। ਬਈ ਇਹਨਾਂ ਨੇ ਅਕਾਲੀ ਦਲ ਦੇ ਯੂਥ ਵਿੰਗ ਨੇ ਜੀ ਬੀਤੇ ਦਿਨ ਉਸੇ ਆਗੂ ਦੇ ਇਲਾਕੇ 'ਚ ਜਾ ਕੇ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ, ਉਹਦਾ ਪੁਤਲਾ ਫੂਕਿਆ ਵੀ ਸਾਡੇ ਜਥੇਦਾਰ ਨੂੰ ਐਂ ਕਿਉਂ ਕਿਹਾ ਜੀ, ਵੀ ਇਹਦੇ ਲਈ ਮਾਫੀ ਮੰਗੇ। ਸੋ ਉਹ ਜਿਹੜੀ ਉਹ ਚੀਜ਼ ਆ ਉਹਨੂੰ ਵੀ ਆਪਾਂ ਦੇਖ ਸਕਦੇ ਹਾਂ ਵੀ ਜਿਹੜਾ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਸੁਰੱਖਿਆ ਵਾਪਸ ਲਈ ਆ, ਬੇਸ਼ੱਕ ਉਹ 2 ਹਫ਼ਤੇ ਪਹਿਲਾਂ ਲਈ ਸੀ, ਪਰ ਚਿੱਠੀ ਜਿਹੜੀ ਅੱਜ ਜਾਰੀ ਹੋਈ ਆ ਉਹ ਇਸ ਨੂੰ ਨਾਲ ਜੋੜ ਕੇ ਵੀ ਦੇਖਿਆ ਜਾ ਸਕਦਾ ਵੀ ਯੂਥ ਵਿੰਗ ਨੇ ਹਰਜੀਤ ਗਰੇਵਾਲ ਦਾ ਉੱਥੇ ਪੁਤਲਾ ਫੂਕਿਆ ਤਾਂ ਉਹਦੇ ਖਿਲਾਫ ਪ੍ਰਦਰਸ਼ਨ ਕੀਤਾ ਵੀ ਅਕਾਲ ਤਖਤ ਦੇ ਖਿਲਾਫ ਕਿਸੇ ਤਰ੍ਹਾਂ ਦੀ ਟਿੱਪਣੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹਦੇ ਬਾਰੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਕਿਹਾ ਵੀ ਸਾਡੇ ਲਈ ਸਰਵਉੱਚ ਆ, ਪਰ ਉਹਦੇ ਨਾਲ ਆਪਾਂ ਇੱਕ ਜੋੜਿਆ ਸੀਗਾ ਵੀ ਇੱਕ ਜਿਹੜੇ ਸੁਖਮਿੰਦਰਪਾਲ ਸਿੰਘ ਗਰੇਵਾਲ ਆ ਉਹ ਵੀ ਕਿਸਾਨ ਆਗੂ ਆ ਭਾਜਪਾ ਦੇ, ਉਹਨਾਂ ਨੇ ਬੜੇ ਸੁਲਝੇ ਔਰ ਵਧੀਆ ਲਹਿਜੇ ਵਿੱਚ ਕਿਹਾ ਵੀ ਜਿਹੜੇ ਅਕਾਲ ਤਖਤ ਨੂੰ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਆ। ਉਹਨਾਂ ਦੀ ਆਪਣੀ ਭੂਮਿਕਾ ਜਿਹੜੀ ਧਾਰਮਿਕ ਪੱਖ ਵਾਲੀ ਬਹੁਤ ਵੱਡੀ ਆ, ਉਹਦੇ ਵਿੱਚ ਉਹਦੇ ਹੀ ਵਿਚਾਰਨਾ ਚਾਹੀਦਾ ਆ। ਸੋ ਉਹਨਾਂ ਨੇ ਵੀ ਇਹਦੇ ਇੱਕ ਕਿਸਮ ਨਾਲ ਚਾਹੇ ਉਹ ਸਿੱਧੀ ਨਾ ਸਹੀ ਪਰ ਇੱਕ ਕਿਸਮ ਨਾਲ ਨਿਖੇਧੀ ਹੀ ਕੀਤੀ, ਨਿੰਦਾ ਹੀ ਕੀਤੀ ਆ ਵੀ ਜੋ ਇਹਨਾਂ ਨੇ ਸੈਂਟਰ ਨੂੰ ਨਿਸ਼ਾਨੇ ਤੇ ਲਿਆ ਸੀਗਾ ਵੀ ਕੇਂਦਰ ਦੀ ਜਿਹੜੀ ਸਰਕਾਰ ਲੋਕਤੰਤਰ ਦੀ ਨਹੀਂ EVM ਦੀ ਆ। ਸੋ ਉਸ ਗੱਲ ਨੂੰ ਲੈ ਕੇ ਭਾਜਪਾ ਦੇ ਵਿੱਚ ਇਹ ਬਵਾਲ ਉੱਠਣਾ ਸੁਭਾਵਿਕ ਹੀ ਸੀਗਾ, ਜਿਹਦੇ ਕਰਕੇ ਵਾਦ ਵਿਵਾਦ ਸ਼ੁਰੂ ਹੋਇਆ, ਬਿਆਨਬਾਜ਼ੀ ਸ਼ੁਰੂ ਹੋਈ ਹੈ ਜੀ। ਅਸੀਂ ਬੀਤੇ ਦਿਨੀ ਵੀ ਇਸ ਗੱਲ ਤੇ ਚਰਚਾ ਕੀਤੀ ਸੀ ਕਿ ਹਾਲਾਂਕਿ ਜਥੇਦਾਰ ਸਾਹਿਬ ਜਿਹੜੇ ਨੇ ਬਹੁਤ ਪ੍ਰਮਾਣਿਤ ਨੇ, ਬਹੁਤ ਰਿਸਪੈਕਟਡ ਨੇ, ਪਰ ਉਹਨਾਂ ਦੀ ਜਿਹੜੀ ਗੱਲਬਾਤ ਸੀਗੀ ਉਹ ਕਿਤੇ ਨਾ ਕਿਤੇ ਦੋਨੋਂ ਤਰੀਕਿਆਂ ਨੂੰ ਪੇਸ਼ ਕਰਦੀ ਸੀ, ਧਾਰਮਿਕ ਨੂੰ ਵੀ ਤੇ ਰਾਜਨੀਤੀ ਨੂੰ। ਜੀ ਬਿਲਕੁਲ। ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਦੇ ਆਖਰੀ ਹਿੱਸੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅਸੀਂ ਗੱਲ ਕਰਦੇ ਸੀ ਕਿ ਜਥੇਦਾਰ ਸਾਹਿਬ ਦੇ ਬਿਆਨ ਦੀ, ਤੇ ਇੱਕ ਇਹੋ ਜਿਹੀ ਹੋਰ ਖਬਰ ਸਾਡੇ ਸਾਹਮਣੇ ਆਈ ਆ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਕੁਝ ਲੋਕ ਫੜੇ ਗਏ ਨੇ ਜਿਹੜੇ ਇੱਕ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਟੈਚੀ ਕੇਸ 'ਚ ਬੰਦ ਕਰਕੇ ਲਿਜਾ ਰਹੇ ਸੀ। ਉਹ ਕੀ ਘਟਨਾ ਜੀ? ਸ਼ਰਮਾ ਜੀ, ਬੜੀ ਮੰਦਭਾਗੀ ਗੱਲ ਹੈ ਜੀ ਇਹ, ਜਦੋਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਨਾ ਤੇ ਹਿਰਦਾ ਵਲੂੰਦਰਿਆ ਜਾਂਦਾ। ਹਰੇਕ ਇਕੱਲੇ ਸਿੱਖ ਦਾ ਹੀ ਨਹੀਂ, ਹਰੇਕ ਨਾਨਕ ਨਾਮ ਲੇਵਾ ਜਿਹੜਾ ਸਿੱਖ ਆ ਜਾਂ ਭਾਈਚਾਰਾ ਆ, ਉਹ ਹਰੇਕ ਦੇ ਮਨ 'ਚ ਠੇਸ ਪਹੁੰਚਦੀ ਆ ਵੀ ਇਹ ਕਿਉਂ ਤੇ ਕਿੱਦਾਂ। ਹੁਣ ਗੱਲ ਤਾਂ ਦੇਖੋ ਬੇਅਦਬੀ ਕਾਂਡ ਨਹੀਂ ਹਜੇ ਤੱਕ ਸੁਲਝਿਆ ਇਹਨਾਂ ਤੋਂ, 6-7 ਸਾਲ ਹੋ ਚੱਲੇ ਆ। ਫਿਰ ਉਸ ਤੋਂ ਬਾਅਦ ਪਾਵਨ ਸਰੂਪਾਂ ਦਾ ਮਾਮਲਾ 328 ਜਿਹੜੇ ਚੱਲ ਰਹੇ ਆ, ਉਹਦਾ ਬੜਾ ਕਸ਼ਮਕਸ਼ ਚੱਲ ਰਹੀ ਆ, ਬੜਾ ਰੌਲ ਘਚੋਲਾ ਪੈ ਰਿਹਾ, ਉਹਦਾ ਨਹੀਂ ਹਜੇ ਸੁਲਝਿਆ। ਹੁਣ ਜਦੋਂ ਇਹੋ ਜਿਹੀ ਗੱਲ ਆਉਂਦੀ ਆ
ਤਾਂ ਫਿਰ ਇਹ ਉਹਦੇ ਨਾਲ ਹੀ ਜੁੜ ਜਾਂਦੀ ਫਿਰ ਮੁੜ ਕੇ। ਬਿਲਕੁਲ ਜੀ। ਹੁਣ 2 ਪਿਓ ਪੁੱਤ ਸੀਗੇ, ਪੂਨੇ ਤੋਂ ਆਏ, ਅਟੈਚੀ ਕੇਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾ ਰਹੇ ਸੀ, ਸਿਰ ਤੇ ਰੱਖਿਆ ਸੀਗਾ ਅਟੈਚੀ ਉੱਦਾਂ। ਉਹ ਤਾਂ ਇੱਕ ਆਟੋ ਵਾਲੇ ਦੀ ਨਜ਼ਰ ਹੀ ਪੈ ਗਿਆ ਵੀ ਇਹਨਾਂ ਨੇ ਸਿਰ ਤੇ ਅਟੈਚੀ ਕਿਉਂ ਚੁੱਕਿਆ ਹੋਇਆ, ਪੈਰਾਂ 'ਚ ਜੁੱਤੀਆਂ ਵੀ ਪਾਈਆਂ ਹੋਈਆਂ ਸੀ। ਖੈਰ ਚਲੋ ਇਹਦੀ ਇੱਕ ਮਰਿਆਦਾ ਹੁੰਦੀ ਆ, ਆਪਾਂ ਉੱਧਰਲੇ ਪਾਸੇ ਨਹੀਂ ਜਾਂਦੇ ਜੀ। ਪਰ ਜਦੋਂ ਉਹਨੇ ਦੇਖਿਆ ਵੀ ਸਿਰ ਤੇ ਰੱਖਿਆ ਤਾਂ ਉਹਦੇ ਤੋਂ ਰਹਿ ਨਹੀਂ ਹੋਇਆ, ਉਹਨੂੰ ਪੁੱਛ ਲਿਆ ਵੀ ਕੀ ਆ। ਹੁਣ ਜਦ ਦੱਸਿਆ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਾ ਰਹੇ ਆ, ਤੇ ਉਹਦੇ ਫਿਰ ਮਨ ਇੱਕ ਤਾਂ ਮੱਥਾ ਠਣਕ ਗਿਆ। ਉਹਨੇ ਫਿਰ ਇਹਦੇ ਬਾਰੇ ਜਾਣਕਾਰੀ ਸ਼੍ਰੋਮਣੀ ਕਮੇਟੀ ਨੂੰ ਦੇਣੀ ਬਣਦੀ ਸੀਗੀ, ਚਲੋ ਹੋਰ ਸਾਰੇ ਜਿੱਥੇ ਹੋਰ ਕਿਸੇ ਨੂੰ ਦਿੱਤੀ ਉਹਨਾਂ ਨੇ। ਉਹ ਤੋਂ ਬਾਅਦ ਫਿਰ ਉਹਨੂੰ ਉੱਥੇ ਹਿਰਾਸਤ ਵਿੱਚ ਲੈ ਲਿਆ ਗਿਆ, ਪਿਓ ਪੁੱਤਾਂ ਨੂੰ ਲੈ ਕੇ ਜਾਣਾ ਸੀ ਉਹਨਾਂ ਨੇ ਪੁਣੇ ਬਾਈ ਏਅਰ, ਤੇ ਉੱਥੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਅੱਗੇ ਅਸੀਂ ਤਾਂ ਪਹਿਲਾਂ ਵੀ ਕਈ ਵਾਰੀ ਲੈ ਕੇ ਗਏ ਹਾਂ ਜੀ। ਹੁਣ ਦੇਖੋ ਸਵਾਲ ਇਹ ਉੱਠਦਾ ਵੀ ਇਹ ਲੋਕ ਕਿਉਂ ਇਦਾਂ ਕਰਦੇ ਆ, ਜਾਂ ਇਹਨਾਂ ਨੂੰ ਇਦਾਂ ਕਰਨ ਦੀ ਇਜਾਜ਼ਤ ਕੌਣ ਦਿੰਦਾ ਆ। ਤਾਂ ਮੈਂ ਇੱਧਰ ਫਿਰ ਜਾਵਾਂ ਇੱਕ ਵਾਰ ਜਥੇਦਾਰ ਸਾਹਿਬ ਵੱਲ ਨੂੰ, ਵੀ ਜਥੇਦਾਰ ਸਾਹਿਬ ਇਹੋ ਜਿਹਾ ਨਿਯਮ, ਕੋਈ ਇਹੋ ਜਿਹਾ ਨੇਮ ਕਿਉਂ ਨਹੀਂ ਬਣਦਾ ਵੀ ਤੁਹਾਡੇ ਕੋਲੋਂ ਕਿਸੇ ਕੋਲੋਂ ਅੰਮ੍ਰਿਤਸਰੋਂ ਕੋਈ ਲੈ ਕੇ ਗਿਆ ਹੋਊਗਾ ਸਰੂਪ ਉਹ ਜੀ। ਤੇ ਜੇ ਆਪਾਂ ਪਹਿਲੇ 328 ਸਰੂਪਾਂ ਦਾ ਨੇ ਜੇ ਪਤਾ ਲਾ ਸਕੇ, ਤੇ ਇਹ ਸਰੂਪ ਲੈ ਕੇ ਜਾ ਰਹੇ ਸੀ ਤੇ ਇਹਨੂੰ ਕਿਹਨਾਂ ਨੇ ਦੇ ਦਿੱਤੇ? ਕੀ ਦੇਖਿਆ ਵੀ ਉਹਨਾਂ ਦੇ ਕੋਲ 5 ਸਿੰਘ ਹੈਗੇ ਨਾਲ ਲੈ ਕੇ ਜਾਣ ਵਾਲੇ, ਬਕਾਇਦਾ ਮਰਿਆਦਾ 'ਚ ਲਿਜਾ ਰਹੇ ਉਹ, ਇਸ ਦੀ ਪੜਤਾਲ ਕੀਤੀ। ਖੈਰ ਉਹਨਾਂ ਨੇ ਬਾਅਦ 'ਚ ਕਹਿਤਾ ਪੜਤਾਲ ਕਰੀ ਜਾਊਗੀ, ਉਹ ਬਾਅਦ 'ਚ ਕਹਿੰਦੇ ਹੁੰਦੇ ਜੀ, ਪਹਿਲਾਂ ਨਹੀਂ ਕਿਹਾ। ਤੇ ਜਥੇਦਾਰ ਸਾਹਿਬ ਔਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੁਣੀ ਤਾਂ ਨਖੇਦੀ ਕਰਨ ਤੇ ਕਮੈਂਟ ਲਾਉਂਦੇ ਆ, ਪਰ ਇਹੋ ਜਿਹਾ ਮਾਮਲਾ ਜਿਹੜਾ ਇਹ ਕੌਮ ਦਾ ਮਾਮਲਾ ਪੂਰੇ ਸੰਸਾਰ ਦੇ ਵਿੱਚ ਇਸ ਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਜਾਂਦਾ ਕਿ ਬਾਅਦ 'ਚ ਫਿਰ ਸਾਨੂੰ ਸਿਰ ਛਪਾਉਣਾ ਪੈਂਦਾ। ਉਹਦੇ ਲਈ ਆਪਾਂ ਪਹਿਲਾਂ ਕਿਉਂ ਨਹੀਂ ਕੋਈ ਇਹੋ ਜਿਹੀ ਕਾਰਵਾਈ ਕਰਦੇ ਆ ਵੀ ਜਿਹਦੇ ਕਰਕੇ ਪਤਾ ਲੱਗ ਜਾਏ ਵੀ ਪਹਿਲਾਂ ਤਾਂ ਦੇਖਿਆ ਜਾਵੇ ਲਿਜਾਣ ਵਾਲੇ ਬੰਦੇ ਕੌਣ ਆ ਜੀ। ਦੂਸਰੀ ਗੱਲ ਵੀ ਇਹਨੂੰ ਦੇਣ ਵਾਲਾ ਕੌਣ ਆ, ਇਹ ਬਕਾਇਦਾ ਮਰਿਆਦਾ 'ਚ ਲਿਜਾ ਰਿਹਾ ਕਿ ਨਹੀਂ ਲਿਜਾ ਰਿਹਾ। ਤੇ ਤੁਸੀਂ ਉਹ ਗੱਲ ਕਰਦੇ ਸੀਗੇ ਵੀ 328 ਸਰੂਪਾਂ ਦਾ ਵੀ ਉਹ ਭ੍ਰਿਸ਼ਟਾਚਾਰ ਸੀਗਾ, ਹੁਣ ਇਹਦੇ 'ਚ ਕੀ ਮੰਨਿਆ ਜਾਊ ਜੀ? ਇੱਕ ਬੰਦੇ ਨੇ ਅੰਮ੍ਰਿਤਸਰੋਂ ਹੀ ਲਏ ਆ, ਫਿਰ ਤੁਹਾਡੇ ਕੋਲ ਇੱਕ ਪੂਰੀ ਅਥਾਰਟੀ ਆ ਵੀ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਛਾਪ ਸਕਦਾ। ਇਹਦਾ ਮਾਮਲਾ ਪਿੱਛੇ ਜੇ ਬਹੁਤ ਭਖਿਆ ਸੀ ਜਦੋਂ ਕੈਨੇਡਾ ਦੇ ਵਿੱਚ ਇੱਕ ਉੱਥੇ ਤਿਆਰ ਹੋਣ ਲੱਗ ਪਏ ਸੀ ਸਰੂਪ, ਜਿਹਦੇ ਲਈ ਇੱਥੇ ਗੱਲ ਅਕਾਲ ਤਖਤ ਪਹੁੰਚੀ ਸੀ। ਤੇ ਇਹਨਾਂ ਹੀ ਜਥੇਦਾਰਾਂ ਨੇ ਉੱਥੇ ਉਹਨਾਂ ਨੂੰ ਆਦੇਸ਼ ਦਿੱਤਾ ਸੀ ਵੀ ਤੁਹਾਡੇ ਕੋਲ ਜਿਹੜਾ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਤਿਆਰ ਕਰਨ ਦੇ ਸਰੂਪਾਂ ਦਾ ਸਾਂਚਾ ਵਗੈਰਾ ਹੈ, ਛਪਾਈ ਕੀਤੀ, ਜੋ ਤੁਸੀਂ ਕੋ ਸਮੱਗਰੀ ਹੈਗੀ ਆ ਉਹ ਜਾ ਕੇ ਗੁਰਦੁਆਰੇ ਜਮ੍ਹਾਂ ਕਰਾ ਦਿਓ ਵੀ ਇਹ ਠੀਕ ਨਹੀਂ। ਔਰ ਉਹਦੇ ਆਦੇਸ਼ ਦੀ ਪਾਲਣਾ ਹੋਈ ਆ, ਉਸ ਬੰਦੇ ਨੇ ਜਾ ਕੇ ਸਾਰੇ ਗੁਰਦੁਆਰੇ ਜਮ੍ਹਾਂ ਕਰਾ ਦਿੱਤੀ ਗਈ ਆ। ਜਦੋਂ ਤੁਹਾਡੇ ਕੋਲ ਵਿਦੇਸ਼ ਬੈਠਿਆਂ ਦੀ ਸ਼ਿਕਾਇਤ ਆਉਂਦੀ ਆ, ਤੁਸੀਂ ਉਹ 'ਤੇ ਕਾਰਵਾਈ ਕਰਦੇ ਆ। ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਹੀ ਕੋਈ ਇਹੋ ਜਿਹਾ ਕੰਮ ਕਰ ਰਿਹਾ ਜਿਹਨੂੰ ਸਰੂਪ ਨੂੰ ਕੋਈ ਸਮਝਦਾ ਕੋਈ ਨਹੀਂ ਗੱਲ ਨੂੰ ਜੀ। ਜਿਹਦਾ ਜੀ ਕਰਦਾ ਕੋਈ ਅਟੈਚੀ 'ਚ ਪਾ ਕੇ ਤੁਰਿਆ ਆ, ਜਿਹਦਾ ਜੀ ਕਰਦਾ ਕੋਈ ਕਿਸੇ ਤਰ੍ਹਾਂ ਲੈ ਕੇ ਤੁਰਿਆ ਆ। ਸੋ ਇਹ ਗੱਲ ਇਹਨਾਂ ਨੂੰ ਤਗੜੇ ਹੋ ਕੇ ਸੂਝ-ਬੂਝ ਨਾਲ ਇਹਨਾਂ ਨੂੰ ਕਰਨੀ ਪਊਗੀ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਹੀ ਜਿਹੜਾ ਗੰਭੀਰ ਗੁੰਝਲਦਾਰ ਮਸਲਾ ਬਣਿਆ ਹੋਇਆ ਹੋਰ ਨਾ ਗੁੰਝਲਦਾਰ ਹੋਵੇ ਤੇ ਇਹਦੇ ਨਾਲ ਹੋਰ ਕੋਈ ਗੱਲ ਜੁੜੇ ਨਾ। ਇਹ ਜਥੇਦਾਰ ਦੀ ਔਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਜੀ। ਜੀ ਸ਼ੇਰਗਿੱਲ ਸਾਹਿਬ, ਪ੍ਰੋਗਰਾਮ ਦੇ ਵਿੱਚ ਗੱਲਾਂ ਸਾਡੇ ਕੋਲ ਕਾਫੀ ਨੇ ਤੇ ਸਮਾਂ ਕਿਤੇ ਨਾ ਕਿਤੇ ਲੱਗਦਾ ਕਿ ਥੋੜਾ ਰਹਿ ਜਾਣਾ ਜੀ। 2 ਗੱਲਾਂ ਹੋਰ ਨੇ ਸਾਡੇ ਨਾਲ ਇਸ ਪ੍ਰੋਗਰਾਮ 'ਚ ਅਸੀਂ ਕਰਨੀਆਂ ਨੇ। ਉਹ ਇੱਕ ਤੇ ਹੈਗੀ ਆ ਜੰਮੂ ਕਸ਼ਮੀਰ ਦੇ ਵਿੱਚ ਇੱਕ ਅੱਤਵਾਦੀ ਘਟਨਾ ਤੇ ਉਹਦੇ ਨਾਲ ਜੁੜੀ ਹੋਈ ਗੱਲ, ਇੱਕ ਅੱਤਵਾਦੀ ਹਾਫਿਜ਼ ਸਾਈਦ ਨੂੰ ਪਾਕਿਸਤਾਨ 'ਚ 2 ਕੇਸਾਂ 'ਚ ਸਜ਼ਾ। ਇਹਨਾਂ ਦੋਨਾਂ ਗੱਲਾਂ ਤੇ ਥੋੜੀ ਜਿਹੀ ਜਾਣਕਾਰੀ ਸਾਨੂੰ ਦਿਓ। ਦੇਖੋ ਜੀ, ਇਹ ਸੁਰੱਖਿਆ ਬਲਾਂ ਨੂੰ, ਫੌਜ ਨੂੰ, ਜੰਮੂ ਕਸ਼ਮੀਰ ਪੁਲਿਸ ਨੂੰ ਤੇ ਉੱਥੇ ਜਿਹੜੀ ਆ ਸਿਕਿਉਰਿਟੀ ਫੋਰਸਿਸ ਆ, ਸਾਰਿਆਂ ਦੀ ਇੱਕ ਵੱਡੀ ਕਾਮਯਾਬੀ ਆ ਜੀ। ਬਈ ਉਹਨਾਂ ਨੇ ਇੱਕ ਟਰੱਕ ਦੇ ਵਿੱਚ 4 ਅੱਤਵਾਦੀ ਜਾ ਰਹੇ ਸੀਗੇ ਨਗਰੋਟਾ ਦੇ ਲਾਗੇ ਟੋਲ ਪਲਾਜ਼ੇ ਦੇ ਕੋਲ, ਜਿਸ ਤੋਂ ਬਾਅਦ ਪਤਾ ਲੱਗਾ ਵੀ ਉਹ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸਨ, ਪਾਕਿਸਤਾਨ ਬੇਸਡ ਮਸੂਦ ਅਜ਼ਹਰ ਦੇ। ਜੀ। ਆਏ ਕਿੱਥੋਂ ਸੀ ਇਹ ਵੀ ਉਹਨਾਂ ਨੇ ਪਤਾ ਲਾਇਆ ਵੀ ਬਾਅਦ 'ਚ ਸਾਂਭਾ ਸੈਕਟਰ ਤੋਂ ਘੁਸਪੈਠ ਕੀਤੀ ਸੀ ਪਾਕਿਸਤਾਨ ਵੱਲੋਂ। ਪਰ ਉਹਨਾਂ ਦੇ ਕੋਲੋਂ ਇੱਕ ਤਾਂ ਪਹਿਲਾਂ ਤਾਂ ਉਹਨਾਂ ਨੂੰ ਰੋਕਿਆ ਗਿਆ ਉੱਥੇ, ਜਦੋਂ ਨਹੀਂ ਰੁਕੇ ਫਿਰ ਸ਼ੱਕ ਪਈ। ਫਿਰ ਪੁਲਿਸ ਨੇ ਆਪਣੇ ਤਰਫੋਂ ਪੂਰੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਮਾਈਕ ਰਾਹੀਂ, ਸਪੀਕਰ ਰਾਹੀਂ IG ਨੇ ਖੁਦ ਉਹਨਾਂ ਨੂੰ ਸੰਬੋਧਨ ਹੋ ਕੇ ਕਿਹਾ ਬਈ ਤੁਸੀਂ ਹਥਿਆਰ ਸੁੱਟ ਦਿਓ, ਹੱਥ ਖੜੇ ਕਰਕੇ ਬਾਹਰ ਆ ਜਾਓ, ਤੁਹਾਨੂੰ ਕੁਝ ਨਹੀਂ ਕਿਹਾ ਜਾਊਗਾ ਜੀ। ਪਰ ਉਹ ਬੰਦੇ ਜਿਹੜੇ ਬਜ਼ਦ ਹੁੰਦੇ ਆ, ਤੁਹਾਨੂੰ ਪਤਾ ਜਿਹੜੀ ਇਹੋ ਜਿਹੀਆਂ ਕਾਰਵਾਈਆਂ ਕਰਨ ਵਾਲੇ ਕਿੱਥੇ ਮੰਨਦੇ ਆ, ਉਹ ਨਹੀਂ ਆਏ। ਉਹਨਾਂ ਨੇ ਅੰਦਰੋਂ ਹੀ ਪਹਿਲਾਂ ਗ੍ਰਨੇਡ ਸੁੱਟਿਆ, ਫਿਰ ਜਦੋਂ ਗੋਲੀਆਂ ਚਲਾਈਆਂ ਤਾਂ ਫਿਰ ਪੂਰੀ ਤਰ੍ਹਾਂ ਨਾਲ ਸੁਰੱਖਿਆ ਬਲ ਮੁਸ਼ਤੈਦ ਹੋ ਗਈ। ਉਹਨਾਂ ਨੇ ਫਿਰ ਉਹਦਾ ਜਵਾਬ ਦਿੱਤਾ ਔਰ ਉਹ ਚਾਰੇ ਜਿਹੜੇ ਆ ਉਹ ਟਰੱਕ ਨੂੰ ਹੀ ਉਡਾਤਾ, ਉਹਦੇ ਵਿੱਚ ਚਾਰੇ ਮਾਰ ਦਿੱਤੇ। ਸੋ ਉਹ ਜਿਹੜੀ ਵੱਡੀ ਗੱਲ ਦੇਖਣ 'ਚ ਇਹ ਆਈ ਆ ਵੀ ਉਹਦੇ ਵਿੱਚ ਅਸਲਾ ਬਹੁਤ ਵੱਡੀ ਗਿਣਤੀ 'ਚ ਮਿਲਿਆ ਜੀ। ਔਰ ਇਹ ਪੁਲਿਸ ਵੀ ਹੈਰਾਨ ਆ ਵੀ ਐਡੀ ਵੱਡੀ ਗਿਣਤੀ 'ਚ ਅਸਲਾ ਪਹਿਲੀ ਵਾਰ ਮਿਲਿਆ ਇਸ ਤਰੀਕੇ ਨਾਲ ਜੀ। ਵੀ ਜਾ ਕਿੱਥੇ ਰਿਹਾ ਸੀਗਾ ਵੀ ਇਹਨਾਂ ਦਾ ਜਿਹੜਾ ਕੋਈ ਵੱਡੀ ਸਾਜ਼ਿਸ਼ ਨੂੰ ਫਿਰਾਕ ਦੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਫਿਰਾਕ 'ਚ ਸੀਗੇ ਜੀ, ਜੋ ਇਹਨਾਂ ਨੇ ਨਾਕਾਮਯਾਬ ਕਰ ਦਿੱਤੀ ਆ, ਜਿਹਦੇ ਵਿੱਚ ਉਹਨਾਂ ਨੂੰ 11 AK-47 ਰਾਈਫਲਾਂ, ਇਸ ਦੇ ਨਾਲ ਪਾਕਿਸਤਾਨ ਔਰ ਚੀਨ ਦਾ ਜਿਹੜਾ ਗੱਠਜੋੜ ਆ ਉਹ ਵੀ ਸਾਹਮਣੇ ਦਿਸਣ ਨੂੰ ਮਿਲ ਜਾਂਦਾ ਆ, ਜਦੋਂ ਉਹਦੇ ਵਿੱਚ UBGL ਕਰਕੇ ਜਿਹੜੇ ਗ੍ਰਨੇਡ ਮਿਲੇ ਆ ਉਹ ਜ਼ਿਆਦਾਤਰ ਚਾਈਨੀਜ਼ ਮੇਡ ਮਿਲੇ ਆ ਜੀ। ਫਿਰ ਉਹਦੇ ਵਿੱਚ ਦਵਾਈਆਂ, ਫਿਰ ਉਹਦੇ ਵਿੱਚ ਫੋਨ, ਘੜੀਆਂ,
ਕਈ ਕੁਛ ਸਮਾਨ ਉਹਨਾਂ ਦਾ ਮਤਲਬ ਕਹਿਣ ਦਾ ਭਾਵ ਹੈ ਵੀ ਉਹਨਾਂ ਦੇ ਉਸ ਰੇਂਜ ਦੇ ਵਿੱਚ ਹੀ ਨਹੀਂ ਆਉਂਦਾ ਸੀ ਜਿੱਥੇ ਉਹ ਰੱਖ ਕੇ ਦਿਖਾਲਦੇ ਹੁੰਦੇ ਜਾਂ ਮੀਡੀਆ ਨੂੰ ਜੀ ਇੰਨਾ ਸਮਾਨ ਉਹਨਾਂ ਨੂੰ ਮਿਲਿਆ। ਸੋ ਇਹ ਪਾਕਿਸਤਾਨ ਆਏ ਦਿਨ ਕੋਈ ਨਾ ਕੋਈ ਇਹੋ ਜਿਹੀ ਸਾਜ਼ਿਸ਼ ਕਰਦਾ ਰਹਿੰਦਾ ਆ। ਪੁਲਵਾਮਾ ਹਮਲੇ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਵੀ ਉਹ ਉਸ ਵੇਲੇ ਮੰਨ ਗਏ ਸੀਗੇ ਵੀ ਹਾਂ ਵੀ ਇਹ ਸਾਡਾ ਕੰਮ ਸੀ, ਅਸੀਂ ਭਾਰਤ ਦੇ ਅੰਦਰ ਜਾ ਕੇ ਦਾਖਲ ਹੋ ਕੇ ਇਹ ਹਮਲਾ ਕੀਤਾ। ਸੋ ਇਹ ਜਿਹੜੀ ਸੁਰੱਖਿਆ ਏਜੰਸੀਆਂ ਮਤ ਸਮਝਣ ਉਹ ਬਈ ਅਸੀਂ ਇਹ ਆਪਣੇ ਨਾਪਾਕ ਮਨਸੂਬੇ 'ਚ ਕਾਮਯਾਬ ਹੋਣਗੇ। ਠੀਕ ਆ, ਕਿਤੇ ਨਾ ਕਿਤੇ ਚੂਕ ਰਹਿ ਜਾਂਦੀ ਸਾਡੀ ਇੰਟੈਲੀਜੈਂਸ ਏਜੰਸੀਆਂ ਦੀ, ਪੁਲਿਸ ਦੀ, ਫੌਜ ਦੀ, ਪਰ ਆਪਾਂ ਦੇਖੀਏ ਤਾਂ ਉੱਥੇ ਜਿਹੜੀ ਫੌਜ ਆ, ਪੁਲਿਸ ਆ, ਉਹ ਬਹੁਤ ਹੀ ਮੁਸਤੈਦੀ ਨਾਲ ਕੰਮ ਕਰ ਰਹੀ ਆ। ਜੇ ਇਹੋ ਜਿਹਾ ਕੰਮ ਨਾ ਵਾਪਰਦਾ ਤੇ ਪਤਾ ਨਹੀਂ ਕੀ ਭਾਣਾ ਵਾਪਰਨਾ ਸੀ। ਬਹੁਤ ਵੱਡੀ ਪੱਧਰ ਤੇ ਤਬਾਹੀ ਹੋਣੀ ਸੀ ਜਿਸ ਤਰੀਕੇ ਨਾਲ ਉਹਨਾਂ ਕੋਲੋਂ ਇਹ ਹਥਿਆਰ ਮਿਲੇ ਆ। ਜੀ ਅਗਲੀ ਗੱਲ ਤੁਸੀਂ ਦੱਸੀ ਆ ਪਾਕਿਸਤਾਨ ਵਾਲੀ। ਪਾਕਿਸਤਾਨ ਦੇ ਵਿੱਚ ਹਾਫਿਜ਼ ਸਈਦ ਲਸ਼ਕਰ ਏ ਤੌਇਬਾ ਦਾ ਇੱਕ ਸੰਗਠਨ ਆ, ਜਮਾਤ ਉਦ ਦਾਵਾ ਜੀ, ਔਰ ਮੁੰਬਈ ਦੇ ਹਮਲਿਆਂ ਦਾ ਮੁੱਖ ਜਿਹੜਾ ਉਹ ਮਾਸਟਰਮਾਈਂਡ ਆ ਜੀ। ਉਹ ਪਹਿਲਾਂ ਵੀ 2-3 ਕੇਸਾਂ ਦੇ ਵਿੱਚ ਸਜ਼ਾ ਭੁਗਤ ਰਿਹਾ, ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਆ। ਤੇ ਹੁਣ ਉਹਨਾਂ ਨੂੰ ਟੈਰਰ ਫੰਡਿੰਗ ਮਤਲਬ ਅੱਤਵਾਦ ਦੀਆਂ ਕਾਰਵਾਈਆਂ ਲਈ ਪੈਸੇ ਮੁਹੱਈਆ ਕਰਾਉਣ ਦੇ ਮਾਮਲੇ 'ਚ 2 ਹੋਰ ਕੇਸਾਂ 'ਚ 10.5 ਸਾਲ ਦੀ ਸਜ਼ਾ ਹੋਈ ਆ। ਇਹਦੇ ਨਾਲ 2 ਜਣੇ ਹੋ ਰਿਹਾ ਜੀ। ਸੋ ਇਹਦੇ ਵਿੱਚ ਆਪਾਂ ਦੇਖੀਏ ਤਾਂ ਕੁੱਲ ਮਿਲਾ ਕੇ 41 ਕੇਸ ਆ ਜੀ, ਜਿਹੜੇ ਕਿ ਜਮਾਤ ਉਦ ਦਾਵਾ ਇਹਦੇ ਸਾਰੇ ਆਗੂਆਂ ਦੇ ਉੱਤੇ ਚੱਲ ਰਹੇ ਆ, ਜਿਹਦਾ ਹਾਲੇ ਤੱਕ 29 ਦਾ ਫੈਸਲਾ ਹੋ ਚੁੱਕਾ ਆ। ਅੱਛਾ ਜੀ। ਤੇ ਹਾਫਿਜ਼ ਸਈਦ ਦੇ ਜਿਹੜੇ ਮਾਮਲੇ ਨੂੰ ਲਈਏ ਤਾਂ ਸਿਰਫ 4 ਮਾਮਲਿਆਂ 'ਚ ਹੀ ਅਜੇ ਫੈਸਲਾ ਹੋਇਆ ਹੈ ਜੀ। ਤੇ ਇਹਨੂੰ ਆਪਾਂ ਦੂਜੇ ਪਾਸੇ ਦੇਖੀਏ ਤਾਂ ਇਹ ਪਾਕਿਸਤਾਨ ਜਿਹੜਾ ਆ ਉਹ ਇਸ ਵੇਲੇ ਬੁਰੀ ਤਰ੍ਹਾਂ ਫਸਿਆ ਪਿਆ ਆ। ਉਹਨੂੰ ਜਿਹੜਾ ਕੌਮਾਂਤਰੀ ਸੰਗਠਨ ਹੈ FATF ਉਹਨੂੰ ਬਾਰ-ਬਾਰ ਗ੍ਰੇ ਲਿਸਟ 'ਚ ਰੱਖ ਰਿਹਾ ਜੀ, ਕਿਉਂਕਿ ਉਹਦੀ ਜਿਹੜੀ ਆ ਕੌਮਾਂਤਰੀ ਪੱਧਰ ਤੇ ਫੰਡਿੰਗ ਰੁਕ ਜਾਣੀ ਆ। ਉਹਨੂੰ ਜਿਹੜਾ ਵਿਸ਼ਵ ਬੈਂਕ ਤੋਂ ਜਾਂ ਹੋਰ ਕਿਤੋਂ ਫੰਡ ਆਉਂਦੇ ਆ ਉਹ ਮਿਲਣੇ ਨਹੀਂ। ਉਹਦਾ ਆਧਾਰ ਇਹੀ ਆ ਵੀ ਅੱਤਵਾਦੀਆਂ ਤੇ ਕਾਰਵਾਈ ਕਰੇ। ਇਹ ਜਿਹੜੀ ਥੋੜੀ ਬਹੁਤ ਕਾਰਵਾਈ ਹੁੰਦੀ ਹੈ ਉਹ ਅੰਤਰਰਾਸ਼ਟਰੀ ਦਬਾਅ ਤੇ ਹੀ ਹੁੰਦੀ ਹੈ, ਉਹ ਅੱਖਾਂ ਪੁੰਝਣ ਵਾਲੀ ਹੁੰਦੀ ਆ, ਨਾ ਕਿ ਕੋਈ ਇਹੋ ਜਿਹੀ ਵੱਡੀ ਪੱਧਰ ਤੇ ਸਮਝੋ। ਕਿਉਂਕਿ ਉਹਨੂੰ ਦੇਖੀਏ ਤਾਂ ਹਾਫਿਜ਼ ਸਈਦ ਨੂੰ ਵੀ ਜੋ ਪਤਾ ਲੱਗਦਾ ਆਪਾਂ ਨੂੰ ਇੱਥੇ ਬਈ ਉੱਥੇ ਉਹਨਾਂ ਨੂੰ ਪੂਰੀ ਤਰ੍ਹਾਂ VIP ਸਹੂਲਤਾਂ ਮਿਲੀਆਂ ਹੋਈਆਂ ਆ ਜੀ। ਸੋ ਉਹ ਇੱਕ ਅੱਖਾਂ ਪੁੰਝਣ ਦੀ ਕਾਰਵਾਈ ਤਾਂ ਕਰਦੇ ਆ ਵੀ ਸਾਡੇ ਜਿਹੜਾ ਫੰਡ ਰੁਕਿਆ ਹੋਇਆ ਉਹ ਕਿਤੇ ਪਾਕਿਸਤਾਨ ਜਿੰਨਾ ਕੁ ਗਰੀਬ ਆਪਾਂ ਸੁਣਦੇ ਆ ਦੇਖਦੇ ਆ ਉਹਨੇ ਅਖਬਾਰਾਂ 'ਚ ਉਹ ਹੋਰ ਗਰੀਬ ਨਾ ਹੋ ਜਾਏਗਾ, ਫੰਡ ਰੁਕ ਜਾਏਗਾ। ਤਾਂ ਹੁਣ ਵੀ ਆਉਣ ਵਾਲੇ ਸਮੇਂ 'ਚ FATF ਦੀ ਮੀਟਿੰਗ ਹੋਣ ਵਾਲੀ ਆ। ਉਹ ਤੋਂ ਪਹਿਲਾਂ ਇਹੋ ਜਿਹੀਆਂ ਕਾਰਵਾਈਆਂ ਕਰਕੇ ਪਾਕਿਸਤਾਨ ਆਪਣੇ ਆਪ ਨੂੰ ਦਿਖਾਉਣਾ ਚਾਹੁੰਦਾ ਵੀ ਅਸੀਂ ਅੱਤਵਾਦ ਦੇ ਖਿਲਾਫ ਸਖਤ ਆ। ਕਿੰਨੇ ਸਖਤ ਆ ਉਹ ਆਪਾਂ ਨੂੰ ਦਿਸੀ ਜਾਂਦਾ, ਕਿਉਂਕਿ ਨਾ ਤਾਂ ਮੁੰਬਈ ਹਮਲਿਆਂ 'ਚ ਕੋਈ ਕਾਰਵਾਈ ਹੋਈ, ਨਾ ਪੁਲਵਾਮਾ ਹਮਲੇ 'ਚ, ਨਾ ਉੜੀ ਹਮਲੇ 'ਚ ਕੋਈ ਕਾਰਵਾਈ ਹੋਈ। ਉਹ ਕਾਰਵਾਈ ਫਿਰ ਭਾਰਤ ਨੂੰ ਹੀ ਕਰਨੀ ਪੈਂਦੀ ਆ। ਇਹਦੇ ਨਾਲ ਇੱਕ ਗੱਲ ਹੋਰ ਜੋੜ ਦਿੰਦਾ, ਭਾਰਤ ਨੇ ਵੀ ਹੁਣ ਜਦੋਂ ਪਿੱਛੇ ਜੇ LOC ਦੇ ਵਿੱਚ 5-6 ਜਵਾਨ ਸਾਡੇ ਸ਼ਹੀਦ ਹੋ ਗਏ ਸੀਗੇ ਪਾਕਿਸਤਾਨ ਦੀ ਗੋਲਾਬਾਰੀ 'ਚ, ਉਸ ਤੋਂ ਬਾਅਦ ਇਹਨਾਂ ਨੇ ਫਿਰ ਜਿਹੜੇ ਲਾਂਚਿੰਗ ਪੈਡ ਆ ਪਾਕਿਸਤਾਨ ਦੇ, ਇਹ ਸੁਰੱਖਿਆ ਅਮਲੇ ਦੀ ਅੰਦਰਲੇ ਸੂਤਰਾਂ ਦੀ ਗੱਲ ਆ ਸੈਂਟਰ ਦੀ, ਉਹਨਾਂ ਦਾ ਕਹਿਣਾ ਆ ਵੀ ਜਿਹੜੇ ਲਾਂਚਿੰਗ ਪੈਡ ਆ ਪਾਕਿਸਤਾਨ ਦੇ ਵਿੱਚ ਜਿੱਥੋਂ ਅੱਤਵਾਦ ਇਹ ਧਕੇਲਦੇ ਆ ਭਾਰਤ ਵਾਲੇ ਪਾਸੇ, ਉਹਨਾਂ ਨੂੰ ਇਹਨਾਂ ਨੇ ਪਿਨ ਪੁਆਇੰਟ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਆ ਜੀ। ਸੋ ਇਹ ਕਿਤੇ ਨਾ ਕਿਤੇ ਟਕਰਾਅ ਵੱਧਦਾ ਜਾ ਰਿਹਾ ਆ, ਪਰ ਉਹਨਾਂ ਨੂੰ ਵੀ ਇਸ ਗੱਲ ਨੂੰ ਲੈਣਾ ਚਾਹੀਦਾ ਵੀ ਇਹ ਜਿਹੜਾ ਟਕਰਾਅ ਘਾਟੇ ਵਾਲਾ ਸੌਦਾ ਆ, ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਜੀ। ਸ਼ੇਰਗਿੱਲ ਸਾਹਿਬ, ਇੱਕ ਹੋਰ ਖਬਰ ਸੀਗੀ ਅੱਜ ਦੀ ਕਿ ਬਿਹਾਰ ਦੇ ਵਿੱਚ ਨਵੀਂ ਸਰਕਾਰ ਬਣੀ ਸੀ ਤੇ ਬਹੁਤ ਸਾਰਾ ਜਸ਼ਨ ਮਨਾਇਆ ਗਿਆ ਸੀ, ਪਾਰਟੀਆਂ ਜਿਹੜੀਆਂ ਜਿੱਤੀਆਂ ਸੀ, ਪਰ ਉੱਥੇ ਇੱਕ ਬਿਲਕੁਲ ਨਵੇਂ ਮੰਤਰੀ ਸੀ, ਕਿਉਂਕਿ ਸਰਕਾਰ ਹੀ ਨਵੀਂ ਆ ਤੇ 2 ਦਿਨ ਹੋਏ ਸੀ ਉਹਨਾਂ ਨੂੰ ਮੰਤਰੀ ਪਦ ਲਿਆ ਨੇ, ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਜੀ? ਦੇਖੋ ਜੀ, ਉੱਥੇ ਸਿੱਖਿਆ ਮੰਤਰੀ ਫੇਲ ਹੋ ਗਿਆ। ਅੱਛਾ ਜੀ, ਸਿੱਧੀ ਗੱਲ ਹੈ ਜੀ, ਸਿੱਖਿਆ ਮੰਤਰੀ ਫੇਲ ਹੋ ਗਿਆ। ਤੁਸੀਂ ਤਾਂ ਚੁਟਕਲਾ ਹੀ ਸੁਣਾਤਾ ਅੱਜ। ਦੇਖੋ ਕਾਰਨ ਇਹ ਆ ਵੀ ਹੁਣ ਉੱਥੇ ਨਿਤਿਸ਼ ਦੀ ਸਰਕਾਰ ਤਾਂ ਬਣ ਗਈ, ਮੁੱਖ ਮੰਤਰੀ ਤਾਂ ਬਣ ਗਿਆ, ਪਰ ਬੜਾ ਭਾਈ ਦਾ ਬੜਾ ਭਾਈ ਹੁੰਦਾ ਨਾ ਜੀ। ਹੁਣ ਜ਼ਿਆਦਾ ਅਹੁਦੇ, ਵੱਡੇ ਅਹੁਦੇ ਜਿਹੜੇ ਉਹ ਭਾਜਪਾ ਲੈ ਗਈ। 2 ਉਪ ਮੁੱਖ ਮੰਤਰੀ ਬਣਾਤੇ, ਦੋਨੇ ਆਪਣੇ ਕੋਟੇ 'ਚੋਂ ਬਣਾਏ, 5 ਮੰਤਰੀ ਬਣਾਤੇ। ਹੁਣ ਜਦੋਂ ਵਿਭਾਗਾਂ ਦੀ ਵੰਡ ਦੀ ਗੱਲ ਆਈ ਤੇ ਮੇਵਾ ਲਾਲ ਚੌਧਰੀ ਹੋਣੀ ਜਿਹੜੇ ਭਾਜਪਾ ਦੇ, ਉਹਨਾਂ ਨੂੰ ਸਿੱਖਿਆ ਮਹਿਕਮਾ ਦੇ ਦਿੱਤਾ ਜੀ। ਤਾਂ ਮੈਨੂੰ ਯਾਦ ਆ ਜਿੱਦਣ ਵਿਭਾਗਾਂ ਦੀ ਵੰਡ ਹੋਈ ਨਾ, ਸਿੱਖਿਆ ਮਹਿਕਮਾ ਦਿੱਤਾ, ਇੱਕ ਚੈਨਲ ਵਾਲਾ ਉਹਨਾਂ ਨੂੰ ਜਾ ਕੇ ਪੁੱਛਦਾ ਵੀ ਚੌਧਰੀ ਸਾਹਿਬ ਤੁਸੀਂ ਤਾਂ ਆਪਣੇ ਹਲਫਨਾਮੇ ਦੇ ਵਿੱਚ ਹੀ ਲਿਖਿਆ ਸੀ ਵੀ ਆਹ ਜਿਹੜਾ ਭ੍ਰਿਸ਼ਟਾਚਾਰ ਦਾ ਕੇਸ ਤੁਹਾਡੇ ਖਿਲਾਫ ਚੱਲ ਰਿਹਾ ਜੀ, ਮੁੱਕਰ ਗਿਆ ਸਾਫ਼। ਉਹ ਕਹਿੰਦਾ ਕਿੱਥੇ ਲਿਆ ਦਿਖਾਓ, ਮੈਂ ਕਿੱਥੇ ਲਿਖਿਆ ਜੀ। ਦੇਖੋ ਹਲਫੀਆ ਬਿਆਨ ਆਪਣਾ ਦਿੱਤਾ ਹੋਇਆ ਉਹਨੇ, ਬਕਾਇਦਾ ਉਹਦੇ ਤਸਦੀਕ ਕੀਤਾ ਹੋਊਗਾ, ਉੱਥੋਂ ਮੁੱਕਰ ਗਿਆ, ਕਹਿੰਦਾ ਲਿਆਓ ਦਿਖਾਓ ਕਿੱਥੇ ਆ ਜੀ। ਤੇ ਉਹ ਤੋਂ ਅਗਲੇ ਦਿਨ ਉਹਨੇ ਵਿਚਾਰੇ ਨੇ ਹਾਲੇ 1 ਵਜੇ ਅਹੁਦਾ ਸੰਭਾਲਿਆ ਸੀਗਾ, 2 ਘੰਟੇ ਬਾਅਦ ਹੀ ਉਹ 2 ਘੰਟੇ ਜਿਹੜੇ ਸੀਗੇ ਉਹ ਨਿਤਿਸ਼ ਕੁਮਾਰ ਕੋਲ ਹੀ ਬਿਤਾਏ ਉਹਨੇ। ਉੱਥੇ ਜਾ ਕੇ ਗੁਫ਼ਤਗੂ ਕੀਤੀ, ਗੱਲਬਾਤ ਕੀਤੀ, 3 ਵਜੇ ਆ ਕੇ ਅਸਤੀਫਾ ਦੇ ਦਿੱਤਾ। ਦੇਣਾ ਪਿਆ। ਮਾਮਲਾ ਕੀ ਸੀ? ਭ੍ਰਿਸ਼ਟਾਚਾਰ ਦਾ ਮਾਮਲਾ ਸੀ, ਜਿਹਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਉੱਥੇ ਭਰਤੀਆਂ ਨੂੰ ਲੈ ਕੇ ਘੁਟਾਲਾ ਹੋਇਆ ਸੀ, ਜਿਹਦੇ ਵੱਧ ਨੰਬਰ ਆਏ ਸੀ ਉਮੀਦਵਾਰਾਂ ਦੇ, ਉਹਨਾਂ ਨੂੰ ਕਰਤਾ ਸੀ ਫੇਲ, ਤੇ ਜਿਨ੍ਹਾਂ ਦੇ ਘੱਟ ਆਏ ਸੀ ਉਹਨਾਂ ਨੂੰ ਕਰਤਾ ਸੀ ਪਾਸ। ਸੋ ਇੱਕ IAS ਲੈਵਲ ਦਾ ਅਧਿਕਾਰੀ ਆ ਜਿਹੜੀ ਇਹਦੀ ਜਾਂਚ ਕਰ ਰਿਹਾ ਸੀ, ਉਹਨੇ DGP ਨੂੰ ਰਿਪੋਰਟ ਸੌਂਪੀ ਸੀਗੀ। ਸੋ ਇਹ ਕਹਿ ਤੋਂ ਭਾਵ ਆਪਾਂ ਜੇ ਦੇਖੀਏ ਤਾਂ ਨਿਤਿਸ਼ ਸਰਕਾਰ ਦੀ ਪਹਿਲੀ ਵਿਕਟ
3 ਦਿਨਾਂ ਦੇ ਵਿੱਚ ਹੀ ਡਿੱਗ ਪਈ ਹੈ। ਅੱਜ ਦਾ ਪ੍ਰੋਗਰਾਮ ਇਸ ਚੁਟਕਲੇ ਨਾਲ ਹੀ ਖਤਮ ਹੁੰਦਾ ਜੀ। ਕਿ ਸਿੱਖਿਆ ਮੰਤਰੀ ਜਿਹੜਾ ਹੈ ਉਹ ਹੋ ਗਿਆ ਫੇਲ। ਫੇਲ। ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੈ ਜੀ, ਤੇ ਅਗਲੀ ਵਾਰ ਤੁਹਾਡੇ ਲਈ ਕੁਝ ਹੋਰ ਵਿਚਾਰਾਂ ਤੇ ਚਰਚਾ ਕਰਾਂਗੇ। ਤਦ ਤੱਕ ਲਈ ਇਜਾਜ਼ਤ ਦਿਓ।